ਹਮ ਮੈਲੇ ਉਜਲੇ ਕਰ ਦੇਵੋ। ਹਮ ਮੈਲੇ ਜੀ ਉਜਲੇ ਕਰ ਦੇਵੋ। ਹਮ ਮੈਲੇ ਉਜਲ 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 ਕਰ ਦੇਵੋ। ਹਮ ਮੈਲੇ ਜੀ ਉਜਲ ਕਰ ਦੇਵੋ। ਹਮ ਮੈਲੇ 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 ਤੁਮ ਉਜਲ ਕਰਤੇ। 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 ਮੈਲੇ ਉਜਲ ਕਰਤੇ। ਹਮ ਮੈਲੇ ਤੁਮ ਉਜਲ ਕਰਤੇ। ਉਜਲ ਕਰਤੇ ਉਜਲ ਕਰਤੇ। ਉਜਲ ਕਰਤੇ ਉਜਲ ਕਰਤੇ। उज्जल करते उज्जल करते उज्जल करते उज्जल करते उज्जल करते उज्जल करते उज्जल करते। हम मैले उजल कर देवो। 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 उजल कर देवो। हम मैले उजल कर देवो। गुरां की सज्जी और नवाजी हुई सत्संग जी। ਅੰਮ੍ਰਿਤ ਵੇਲੇ ਗੁਰੂ ਜੀ ਦੇ ਪਾਵਨ ਤੇ ਪਵਿੱਤਰ ਚਰਨਾਂ ਦੇ ਵਿੱਚ ਅੰਮ੍ਰਿਤਮਈ ਹਾਜ਼ਰੀਆਂ ਭਰਨ ਵਾਸਤੇ ਅਸੀਂ ਤੁਸੀਂ ਸਾਰੇ ਮਿਲ ਕਰਕੇ ਗੁਰੂ ਦੀ ਅੰਮ੍ਰਿਤਮਈ ਬਾਣੀ ਦਾ ਜਾਪ ਮਾਝੀ ਕਹਿੰਦੇ ਗੁਰੂ ਘਰ ਵਿੱਚ ਦੋ ਚੀਜ਼ਾਂ ਨੇ, ਇੱਕ ਜਪ ਇੱਕ ਤਪ ਹੈ। ਪਹਿਲਾ ਤਪ ਨਹੀਂ ਸ਼ੁਰੂ ਹੁੰਦਾ, ਪਹਿਲਾਂ ਜਪ ਸ਼ੁਰੂ ਹੁੰਦਾ ਹੈ। ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਪਹਿਲਾਂ ਜਪ ਕੀ ਵਾਹਿਗੁਰੂ ਵਾਹਿਗੁਰੂ। ਜਿਹੜੀ ਬਾਣੀ ਜਪਣ ਵਾਸਤੇ ਕਿਹਾ ਉਹਦਾ ਨਾਮ ਹੀ ਪਹਿਲਾਂ ਜਪ ਰੱਖ ਦਿੱਤਾ। ਉਹ ਅੰਮ੍ਰਿਤਮਈ ਬਾਣੀ ਜਿਹੜੀ ਅੰਮ੍ਰਿਤ ਵੇਲੇ ਸੁਣਾਈ ਜਾਂਦੀ ਹੈ, ਤੁਹਾਨੂੰ ਉਹਦਾ ਨਾਮ ਹੈ ਜਪ। ਜੀ ਤਾਂ ਅਸੀਂ ਆਪਣੇ ਕੋਲੋਂ ਲਾ ਕੇ ਸਤਿਕਾਰ ਸਹਿਤ ਕਹਤਾ ਜਪ ਜੀ ਜਾ ਸਾਹਿਬ, ਕਿਉਂਕਿ ਦੇਖੋ ਅੱਗੇ ਜਦੋਂ ਸ਼ੁਰੂ ਹੁੰਦਾ ਹੈ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਮਹਾਰਾਜ ਕਹਿੰਦੇ ਇਸ ਬਾਣੀ ਦਾ ਨਾਮ ਜਪ ਹੈ। ਜਦੋਂ ਇਸ ਬਾਣੀ ਨੂੰ ਜਪੇਗਾ ਫਿਰ ਕੀ ਹੋਊਗਾ? ਆਦ ਸੱਚ ਜੁਗਾਦ ਸੱਚ। ਇਹ ਬਾਣੀ ਆਦ ਤੇ ਜੁਗਾਦ ਯੁੱਗਾਂ ਦੇ ਵਿੱਚ ਸੱਚ ਹੈ, ਸੱਚ ਰਹੇਗੀ। ਜਾਪ ਕਰਦਾ ਕਰਦਾ ਜਦੋਂ ਤੂੰ ਜਪਜੀ ਸਾਹਿਬ ਦਾ ਜਾਪ ਜਪ ਤੇ ਤਪ ਮੈਂ ਅੱਜ ਕਰੀਏ, ਜਪ ਤੇ ਤਪ ਦੋ ਹੀ ਚੀਜ਼ਾਂ ਨੇ। ਜਪ ਕਰਦਿਆਂ 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 ਉਹਦੇ ਵਿੱਚੋਂ ਜਾਪ ਪੈਦਾ ਹੋ ਜਾਊਗਾ। ਉਹ ਕੀ? ਜਿਹੜਾ ਜਾਪ ਸਾਹਿਬ ਪੜ੍ਹਦੇ ਹਾਂ ਆਪਾਂ, ਜਪਜੀ ਸਾਹਿਬ ਪੜ੍ਹਦਿਆਂ
ਇੰਨਾ ਕੁ ਪ੍ਰੀਤ ਗੂੜੀ ਦੇ ਨਾਲ ਪੜ੍ਹਦਿਆਂ ਪੜ੍ਹਦਿਆਂ ਉਹਦੇ ਵਿੱਚ ਜਪ ਪੈਦਾ ਹੋ ਜਾਊਗਾ। ਮਹਾਰਾਜ ਜੀ ਕਹਿੰਦੇ ਜਦੋਂ ਜਾਪ ਸਭ ਪੈਦਾ ਹੋ ਗਿਆ, ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਮਿਹਰ ਆ ਗਈ ਤੇ ਫਿਰ ਉਹਨਾਂ ਦੇ ਵਿੱਚੋਂ ਵੈਰਾਗ ਪੈਦਾ ਹੋ ਜਾਣਾ। ਪਹਿਲਾਂ ਜਪ ਤੋਂ ਸ਼ੁਰੂ ਕਰਿਆ, ਜਾਪ ਬਣ ਗਿਆ, ਜਪ ਤੋਂ ਅੱਗੇ ਫਿਰ ਵੈਰਾਗ ਸ਼ੁਰੂ ਹੋ ਗਿਆ। 10 ਸਵਈਏ ਲੜੀਵਾਰ ਜਿਹੜੇ ਅੰਮ੍ਰਿਤ ਵੇਲੇ ਪੜ੍ਹੇ ਜਾਂਦੇ ਆ, 33 ਸਵਈਏ ਨੇ 10ਵੇਂ ਗ੍ਰੰਥ ਵਿੱਚ, 33 ਸਵਈਏ। ਪਰ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਸਿੱਖ ਨੂੰ ਫਿਰ 10 ਸਵਈਏ ਅੰਮ੍ਰਿਤ ਵੇਲੇ ਪੜ੍ਹਨ ਦਾ ਹੁਕਮ ਦਿੱਤਾ। ਇਹ ਵੈਰਾਗ ਦੀ ਨਿਸ਼ਾਨੀ ਹੈ। ਜਿਹੜਾ ਸਵਈਏ ਪੜ੍ਹਦਾ ਸਿੱਖ ਨੂੰ ਹਰ ਵਕਤ ਵੈਰਾਗੀ ਰਹੂਗਾ। ਪਰ ਜੀ ਕਹਿੰਦੇ ਜਾਪ ਦੇ ਵਿੱਚੋਂ ਵੈਰਾਗ ਸ਼ੁਰੂ ਹੋ ਗਿਆ। ਜਦੋਂ ਤੂੰ ਜਾਪ ਕਰਿਆ, ਜਾਪ ਦੇ ਵਿੱਚੋਂ ਵੈਰਾਗ ਸ਼ੁਰੂ ਹੋ ਗਿਆ ਤੇ ਜਦੋਂ ਵੈਰਾਗ ਦੇ ਵਿੱਚ ਸਿੱਖ ਭਿੱਜ ਗਿਆ, ਫਿਰ ਤੇਰੀ ਰਾਖੀ ਕਿਹਨੇ ਕਰਨੀ ਹੈ? ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਉਹ ਕੀ ਦੇ ਦਿੱਤਾ? ਉਹ ਬਖਸ਼ ਦਿੱਤੀ ਚੌਪਈ ਸਾਹਿਬ, ਰੱਖਿਆ ਵਾਸਤੇ। ਸਾਡੀ ਰੱਖਿਆ ਵਾਸਤੇ ਚੌਪਈ ਸਾਹਿਬ ਦੀ ਬਾਣੀ। ਜਦੋਂ 4 ਬਾਣੀਆਂ ਇਕੱਠੀਆਂ ਹੋ ਗਈਆਂ, ਜਪ ਤੋਂ ਜਾਪ ਬਣ ਗਿਆ, ਜਪ ਤੋਂ ਵੈਰਾਗ ਬਣ ਗਿਆ, ਤੇ ਜਦੋਂ ਬੰਦਾ ਮਨੁੱਖ ਵੈਰਾਗ ਵਿੱਚ ਚਲਾ ਜਾਂਦਾ, ਫਿਰ ਕੁਦਰਤੀ ਗੱਲ ਹੈ, ਫਿਰ ਉਹ ਕਹਿੰਦਾ ਮੈਨੂੰ ਆਨੰਦ ਆ ਗਿਆ, ਮੈਂ ਹੁਣ ਆਨੰਦ ਵਿੱਚ ਚੱਲਿਆ ਗਿਆ। ਜਪ ਕਰਦਿਆਂ ਜਾਪ ਮਹਾਰਾਜ ਜੀ ਕਹਿੰਦੇ ਉਦੋਂ ਹੋਊਗਾ ਜਦੋਂ ਮਨੁੱਖ ਦੇ ਅੰਦਰ ਵੈਰਾਗ ਹੋਊਗਾ। ਜਦੋਂ ਵੈਰਾਗ ਪੈਦਾ ਹੋ ਗਿਆ, ਫਿਰ ਜਪ ਨੇ ਪੈਦਾ ਹੋ ਜਾਣਾ। ਵਾਹਿਗੁਰੂ ਜੀ ਉਹ ਰੱਖਿਆ ਗੁਰੂ ਨੇ ਕਰਨੀ ਹੈ। ਵੈਰਾਗ ਦੇ ਵਿੱਚ ਜਾ ਕੇ ਗੁਰੂ ਨੇ ਰੱਖਿਆ ਕਰਨੀ ਹੈ। ਜਦੋਂ ਗੁਰੂ ਨੇ ਰੱਖਿਆ ਕੀਤੀ, ਗੁਰੂ ਨੇ ਸਿਰ ਤੇ ਮਿਹਰ ਭਰਿਆ, ਹੱਥ ਰੱਖਿਆ, ਫਿਰ ਆਨੰਦ ਆ ਜਾਊਗਾ। ਫਿਰ 40 ਪੌੜੀਆਂ ਦਾ ਆਨੰਦ ਐਸਾ ਹੋਊਗਾ ਜਿਹੜਾ ਆਨੰਦ ਸਦਾ ਆਨੰਦ ਰਹੇ ਦਿਨ ਰਾਤੀ ਗੁਣਵੰਤਿਆਂ ਭਾਸ਼ਾ। ਮਹਾਰਾਜ ਜੀ ਕਹਿੰਦੇ ਸਿੱਖਾ ਤੂੰ ਵੈਰਾਗ ਵਿੱਚ ਵੀ ਰਹਿ, ਜਾਪ ਵੀ ਕਰ, ਤਪ ਵੀ ਕਰ। ਮਹਾਰਾਜ ਜੀ ਕਹਿੰਦੇ ਇੰਨਾ ਕੁ ਜਪ ਤਪ ਕਰ ਵੀ ਪ੍ਰਮਾਤਮਾ ਨੂੰ ਆਪ ਜਿਹੜਾ ਉਹ ਖੁਦ ਚੱਲ ਕੇ ਆਉਣਾ ਪੈ ਜੇ। ਦੇਖੋ ਇਹੀ ਤਿਆਰ ਚੱਲਦਾ ਗੁਰੂ ਦੇ ਘਰ ਦਾ ਸਿਧਾਂਤ ਹੈ। ਪਿੱਛੇ ਵੀ ਇਹੀ ਪ੍ਰਮਾਤਮਾ ਨੂੰ ਜਿਹੜਾ ਉਹ ਮਜਬੂਰ ਹੋ ਕੇ ਆਉਣਾ ਪੈ ਗਿਆ। ਆਪ ਪ੍ਰਮਾਤਮਾ ਚੱਲ ਕੇ ਆਇਆ, ਆਉਂਦਾ ਅੱਜ ਵੀ। ਮਹਾਰਾਜ ਜੀ ਕਹਿੰਦੇ, ਭਗਤ ਕਬੀਰ ਜੀ ਕਹਿੰਦੇ, ਕਬੀਰ ਮਨ ਨਿਰਮਲ ਭਇਆ ਜੈਸੇ ਗੰਗਾ ਨੀਰ। ਕਹਿੰਦੇ ਜਦੋਂ ਤੂੰ ਵੈਰਾਗ ਵਿੱਚ ਚਲਿਆ ਗਿਆ ਨਾ, ਪ੍ਰਮਾਤਮਾ ਦੀ ਬੰਦਗੀ ਕਰਨ ਲੱਗ ਗਿਆ। ਅਜੇ ਤਾਂ ਚੰਚਲਤਾਈਆਂ ਨੇ, ਚਤਰਾਈਆਂ ਨੇ ਹਜੇ ਤਾਂ। ਜਿਨ੍ਹਾਂ ਨੇ ਵੈਰਾਗ ਕੀਤਾ ਉਹ 36 ਸਾਲ ਬੈਠ ਕੇ ਚੌਂਕੜਾ ਮਾਰ ਕੇ, 12 ਤੀਆ 36, 12 ਸਾਲ ਦਾ ਚੌਂਕੜਾ ਲਾ ਲਿਆ ਬਾਬੇ ਫਰੀਦ ਨੇ। ਪਹਿਲਾਂ ਮਾਂ ਨੇ ਕਿਰਪਾ ਕਰ ਦਿੱਤੀ, ਫਿਰ ਉਦੋਂ ਬਾਅਦ ਜਦੋਂ ਪਤਾ ਲੱਗਿਆ ਵੀ ਸ਼ਬਦ ਸਿੱਧੀ ਹੋ ਗਈ। ਸ਼ਬਦ ਸਿੱਧੀ ਕਦੋਂ? ਜਦੋਂ ਸ਼ਬਦ ਨੂੰ ਰਿਪੀਟ ਕਰੀ, ਜਪੀ ਜਾਵਾਂਗੇ, ਜਪੀ ਜਾਵਾਂਗੇ, ਜਪੀ ਜਾਵਾਂਗੇ, ਇੱਕ ਨਾ ਇੱਕ ਦਿਨ ਸਿੱਧ ਹੋ ਜਾਂਦਾ। ਉਹਨੂੰ ਕਹਿੰਦੇ ਨੇ ਸ਼ਬਦ ਸਿੱਧੀ। ਹੁਣ ਜਿਵੇਂ ਵਾਹਿਗੁਰੂ ਆ, ਵਾਹਿਗੁਰੂ 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 ਕਰੀ ਜਾਈਏ, ਇੱਕ ਨਾ ਇੱਕ ਦਿਨ ਜ਼ਰੂਰ ਪਰਮਾਤਮਾ ਉਹ ਜਿਹੜੀ ਹੂਕ ਹੈ ਨਾ ਉਹ ਸੁਣਦਾ ਹੈ। ਭਗਤ ਕਬੀਰ ਜੀ ਮਹਾਰਾਜ ਕਹਿਣ ਲੱਗੇ, ਇਹੋ ਜਿਹਾ ਜਦੋਂ ਮਨ ਹੋ ਗਿਆ ਨਾ, ਮਨ ਨਿਰਮਲ ਭਇਆ ਜੈਸੇ ਗੰਗਾ ਨੀਰ, ਪਾਛੇ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ। ਦੇਖੋ ਹੈ ਤਾਂ ਗਰੀਬਾਂ ਦਾ ਮੁੰਡਾ ਸੀ, ਜਲਾਹਿਆਂ ਦਾ ਮੁੰਡਾ ਭਗਤ ਕਬੀਰ ਜੀ। ਭਗਤ ਕਬੀਰ ਜੀ ਮਹਾਰਾਜ ਦੇਖੋ ਆਰਥਿਕ ਪੱਖ ਤੋਂ ਗਰੀਬ ਹੋਏ। ਭਗਤ ਕਬੀਰ ਜੀ, ਭਗਤ ਫਰੀਦ ਜੀ ਕਿੰਨੇ ਹੀ ਹੋਏ ਭਗਤ। ਇਹ ਆਰਥਿਕ ਪੱਖ ਤੋਂ ਤੰਗ ਜ਼ਰੂਰ ਰਹੇ, ਭਾਵ ਮਾਇਆ ਤੋਂ। ਜਿਹੜੀ ਸਾਡੀ ਦਿਖਣ ਵਾਲੀ ਮਾਇਆ ਨਾ, ਇਸ ਤੋਂ ਉਹ ਜ਼ਰੂਰ ਜਿਹੜੇ ਉਹ ਤੰਗ ਰਹੇ, ਪਰ ਪਰਮਾਤਮਾ ਦੇ ਘਰ ਦੀ ਮਾਇਆ ਉਹਨਾਂ ਕੋਲੇ ਬੜੀ ਸੀ। ਜਿਹੜੀ ਮਾਇਆ ਇਹ ਘਟਦੀ ਹੈ, ਪਰਮਾਤਮਾ ਦਾ ਨਾਮ ਜਿਹੜਾ ਨਾ ਉਹ ਘਟਦਾ ਨਹੀਂ ਹੈ, ਨਾ ਉਹ ਵੱਧਦਾ ਨਾ ਘਟਦਾ ਹੈ, ਮਾਇਆ ਵੱਧਦੀ ਹੈ। ਪੁਰਾਣੇ ਜਿਹੜੇ ਗ੍ਰੰਥ ਹੋਏ ਨੇ ਨਾ, ਵਿਦਵਾਨਾਂ ਨੇ ਬੜਾ ਸੁੰਦਰ ਵਰਣਨ ਕਰਿਆ, ਕਿਉਂਕਿ ਪੁਰਾਣੇ ਵਿਦਵਾਨਾਂ ਤੋਂ ਸੁਣਦੇ ਆਂ। ਉਹ ਕਹਿੰਦੇ ਜੇ ਜਿਵੇਂ ਜਗ ਸੰਸਾਰ ਦਿਸਣ ਵਾਲੀ ਮਾਇਆ ਹੈ, ਕਹਿੰਦੇ ਜੇ ਮਾਇਆ ਲਿਖਣਾ ਹੁੰਦਾ ਨਾ, ਮਾਇਆ ਉਹਦੇ 3 ਅੱਖਰ ਪੈਂਦੇ ਨੇ।
ਪਰ ਵਿਦਵਾਨ ਕਹਿਣ ਲੱਗਿਆ ਮਾਇਆ ਲਿਖਣ ਵਾਸਤੇ ਪ੍ਰਾਤਨ ਗ੍ਰੰਥਾਂ ਵਿੱਚ 8 ਪਾਇਆ ਜਾਂਦਾ, ਕੱਲਾ 8 ਪਾਇਆ ਜਾਂਦਾ। ਜੇ ਪ੍ਰਮਾਤਮਾ ਲਿਖਣਾ ਹੈ, ਰੱਬ ਲਿਖਣਾ ਹੈ, ਖੁਦਾ ਲਿਖਣਾ ਹੈ, ਤਾਂ ਫਿਰ ਉਹਦੇ ਵਿੱਚ 9 ਅੰਕ ਪਾਇਆ ਜਾਂਦਾ, ਕੱਲਾ ਹੀ 9 ਅੰਕ ਪ੍ਰਮਾਤਮਾ ਦਾ ਵਾਚਕ ਹੈ। 9 ਵੱਧਦਾ ਨਹੀਂ, 9 ਘਟਦਾ ਨਹੀਂ ਹੈ, ਨਾ 9 ਵਧੇ ਤੇ ਨਾ 9 ਘਟੇ। 8 ਜਿਹੜਾ ਹੈ, 8 ਅੰਕ ਹੈ ਨਾ, ਉਹਨੂੰ ਤੁਸੀਂ ਯਰਵ ਕਰਕੇ ਵੇਖਦੇ ਰਹੋ, ਘਟਦਾ ਜਾਊਗਾ, ਪਿੱਛੇ ਨੂੰ ਮੁੜਦਾ ਜਾਊਗਾ। ਮਹਾਰਾਜ ਜੀ ਕਹਿਣ ਲੱਗੇ ਜਿਹੜਾ ਪ੍ਰਮਾਤਮਾ ਹੈ ਨਾ, ਉਹ ਹੈ 9, ਉਹਦਾ ਸੱਚ ਹੈ ਨਾਂ, ਪ੍ਰਮਾਤਮਾ ਦਾ ਨਾਂ ਸੱਚ ਹੈ। ਆਦ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਰੱਬ ਦੇ ਫਕੀਰ ਕਹਿਣ ਲੱਗੇ ਜਿਹੜਾ ਪ੍ਰਮਾਤਮਾ ਨੂੰ ਜਪਦਾ ਨਾ, ਉਹਨੂੰ ਕੋਈ ਤੋਟ ਨਹੀਂ, ਉਹਦੀ ਤੋਟ ਨਾ ਆਵੇ, ਵੱਧ ਦੋ ਜਾਈ। ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਦਾਨਾ। ਸ਼ੰਕਾਵਾਦੀ ਨੇ ਆਖਿਆ ਇਹ ਕਿਵੇਂ ਹੋ ਸਕਦਾ ਹੈ? ਕਹਿੰਦੇ ਰੱਬ ਦੇ ਫਕੀਰ ਕਹਿੰਦੇ ਚੰਗਾ ਫਿਰ ਦੇਖ ਲਓ ਕਰਕੇ। 8 ਦੂਣੀ 16, ਦੂਣੀ ਦਾ ਪਹਾੜਾ ਪੜੋ। ਮਹਾਰਾਜ ਜੀ ਕਹਿੰਦੇ 8 ਦੂਣੀ 16, ਤੇ ਉਹ 16 ਕਿਵੇਂ ਬਣਨਗੇ? ਸ਼ੀਕਾ ਮੂਹਰੇ ਲੱਗ ਜੂਗਾ, ਜਿਹੜਾ ਉਹ ਇੱਕ ਹੈ ਉਹ ਪਿੱਛੇ ਲੱਗ ਜੂਗਾ, ਫੇਰ ਹੀ 16 ਬਣਨਗੇ ਨਾ। ਕਹਿੰਦੇ ਉਹ 6 ਦੇ ਵਿੱਚ 1 ਪਾ ਦਿਓ, ਕਿੰਨਾ ਰਹਿ ਗਿਆ? 7 ਰਹਿ ਗਿਆ। 8 ਦੂਣੀ 16 ਬਣਾਇਆ ਸੀ ਨਾ। ਮਹਾਰਾਜ ਜੀ ਕਹਿੰਦੇ ਉਹ 8 ਵੀ ਨਹੀਂ ਪੂਰਾ ਰਿਹਾ, ਉਹ 7 ਹੀ ਰਹਿ ਗਿਆ। ਅੱਗੇ ਫਿਰ ਰੱਬ ਦੇ ਫਕੀਰ ਕਹਿਣ ਲੱਗੇ 7 ਤੀਆ 21, 8 ਤੀਆ 24, 24 2 ਮੂਹਰੇ ਲਾ ਦਿਓ, 4 ਪਿੱਛੇ ਲਾ ਦਿਓ, ਕਿੰਨਾ ਬਣ ਗਿਆ? 24 ਬਣ ਗਿਆ। 4 ਤੇ 2 6। ਦੇਖ ਲਓ 8 ਨੂੰ 3 ਨਾਲ ਯਰਬ ਕੀਤਾ ਹੈ। ਮਹਾਰਾਜ ਜੀ ਕਹਿੰਦੇ ਉਹ 8 ਵੀ ਨਹੀਂ ਪੂਰਾ ਰਿਹਾ, ਉਹ 7 6 ਹੀ ਰਹਿ ਗਿਆ। ਅੱਗੇ ਫਿਰ ਸੱਚੇ ਪਾਤਸ਼ਾਹ ਦੇ ਪਿਆਰੇ ਕਹਿਣ ਲੱਗੇ ਉਹਨੂੰ 4 ਤੇ ਜਰਬ ਕਰ ਲਓ, 3 8 32, 2 ਮੂਹਰੇ ਲੱਗ ਗਿਆ, 3 ਮੂਹਰੇ ਲੱਗ ਗਿਆ, 2 ਪਿੱਛੇ ਲੱਗ ਗਿਆ, 32 ਤਾਂ ਹੀ ਬਣੂਗਾ। ਤੇ ਉਹਨਾਂ ਨੂੰ ਜਰਬ ਕਰ ਲਓ 6, 3 ਤੇ 2 5 ਹੀ ਰਹਿ ਗਏ ਪਿੱਛੇ। ਫਿਰ ਮਹਾਰਾਜ ਜੀ ਕਹਿੰਦੇ ਜਿਹੜੀ ਮਾਇਆ ਨਾ, ਇਹ ਵੱਧਦੀ, ਇਹ ਘਟਦੀ ਜਾਂਦੀ ਹੈ, ਘਟਦੀ ਜਾਂਦੀ ਹੈ ਮਾਇਆ। ਪਰਮਾਤਮਾ ਦਾ ਨਾਮ ਉਹ ਜਿਹੜਾ ਘਟਦਾ ਨਹੀਂ ਹੈ। 9 ਦੂਣੀ 18 ਰੱਬ ਦੇ ਪਿਆਰਿਆਂ ਦੇ ਬੋਲ ਨੇ ਜਿਹੜੇ ਮੈਂ ਤੁਹਾਡੇ ਅੱਗੇ ਰੱਖ ਰਿਹਾ ਹਾਂ, ਫਕੀਰਾਂ ਦੇ, ਜਿਨ੍ਹਾਂ ਨੇ ਕਮਾਈਆਂ ਕਰ ਕਰਕੇ, ਸੰਤ ਗੁਰਬਚਨ ਸਿੰਘ ਜੀ ਮਹਾਰਾਜ ਪਿੰਡਾਂ ਵਾਲੇ, ਸੰਤ ਕਰਤਾਰ ਸਿੰਘ ਜੀ, ਉਹ ਕਹਿੰਦੇ ਪਰਮਾਤਮਾ ਦੇਖੋ ਘਟਦਾ ਨਹੀਂ ਹੈ। 9 ਦੂਣੀ 18, 18 ਦਾ 8 ਅੱਗੇ ਲੱਗ ਗਿਆ, 1 ਪਿੱਛੇ ਲੱਗ ਗਿਆ, ਕਿੰਨੇ ਬਣ ਗਏ? 8 ਤੇ 1 9। ਪਰਮਾਤਮਾ ਪੂਰਾ ਆਪਣੇ ਰੰਗਾਂ ਦੇ ਵਿੱਚ। 9 ਦੂਣੀ 18 ਬਣ ਗਏ, 1 ਉਧਰ 8 ਦੇ ਵਿੱਚ ਪਾ ਦਿਓ, ਉਹ 9 ਦੇ 9 ਫੇਰ ਰਹਿ ਗਏ। ਇਸ ਕਰਕੇ ਜਿਹੜਾ ਪਰਮਾਤਮਾ ਕਹਿਣ ਤੋਂ ਭਾਵ ਹੈ ਉਹ ਘਟਦਾ ਨਹੀਂ। ਪਰਮਾਤਮਾ ਦਾ ਨਾਮ ਜਿਹੜਾ ਉਹ ਸਦਾ ਵਾਸਤੇ ਵੱਧਦਾ ਰਹਿੰਦਾ ਹੈ। ਇਸ ਕਰਕੇ ਉਧਰ ਬਾਬੇ ਫਰੀਦ ਦੀ ਮਾਤਾ ਨੇ ਕਿਹਾ, ਫਰੀਦਾ ਬਹਿ ਜਾ, ਬੰਦਗੀ ਕਰ। ਬੈਠ ਗਿਆ ਬਾਬਾ ਫਰੀਦ, ਬੰਦਗੀ ਕਰਨ ਲੱਗ ਪਿਆ। ਕੀ ਦੇਊ ਪਰਮਾਤਮਾ? ਸ਼ੱਕਰ ਦੇਊਗਾ। ਇੱਕ ਦਿਨ ਧਰਨੀ ਭੁੱਲ ਗਈ, ਮਾਂ ਗੁਆਂਢੀਆਂ ਦੇ ਚਲੀ ਗਈ। ਸੋਚਿਆ ਬਾਬੇ ਫਰੀਦ ਦੀ ਮਾਂ ਨੇ, ਲੈ ਵੀ ਅੱਜ ਨਹੀਂ ਸ਼ੱਕਰ ਰੱਖੀ, ਅੱਜ ਕੀ ਬਣੂਗਾ? ਆ ਕੇ ਪੁੱਛਿਆ, ਫਰੀਦਾ ਅੱਜ ਬੰਦਗੀ ਕਰੀ ਸੀ? ਹਾਂ। ਕੋਈ ਦਿੱਤਾ ਰੱਬ ਨੇ ਖਾਣ ਨੂੰ? ਕਹਦੇ ਅੱਗੇ ਨੂੰ ਵੱਧ ਸ਼ੱਕਰ ਦਿੱਤੀ। ਸੋਚਿਆ ਬਸ ਹੁਣ ਮੇਰੀ ਡਿਊਟੀ ਖਤਮ ਹੋ ਗਈ। ਜਪ ਕਰਦਿਆਂ ਕਰਦਿਆਂ, ਜਪ ਤਪ ਸੰਜਮ ਧਰਮ ਨਾ ਕਮਾਇਆ। ਮਹਾਰਾਜ ਜੀ ਕਹਿੰਦੇ ਜਪ ਤੇ ਤਪ ਕਰਕੇ ਦੇ। ਪਹਿਲਾਂ ਜਪ ਸ਼ੁਰੂ ਹੋਊਗਾ, ਤਪ ਨਹੀਂ ਸ਼ੁਰੂ ਹੁੰਦਾ। ਪਹਿਲਾਂ ਜਪ ਇਸ ਜਵਾਨ ਦੇ ਨਾਲ ਹੌਲੀ ਹੌਲੀ ਇੰਨਾ ਕੁ ਬੋਲ ਕੇ ਜਪ ਸ਼ੁਰੂ ਕਰਨਾ ਪਊਗਾ ਵੀ ਸਾਡਾ ਬੋਲਿਆ ਸਾਡੇ ਕੰਨਾਂ ਤੱਕ ਰਿਵਾਜ ਜਾਵੇ। ਜਿਵੇਂ ਸਾਰੇ ਧਰਮਾਂ ਦੇ ਵਿੱਚ ਇਹ ਵੀ ਹੈ, ਕੋਈ ਵੀ ਧਰਮ ਹੈ ਉਹ ਜਿਹੜਾ ਕੋਈ ਵੀ ਸ਼ਬਦ ਦਿੰਦੇ ਨੇ, ਉਹ ਕਹਿੰਦੇ ਭਾਈ ਇਸ ਤਰ੍ਹਾਂ ਬੈਠ ਕੇ ਚੌਂਕੜਾ ਮਾਰ ਕੇ ਤੂੰ ਇੰਨਾ ਕੁ ਸਮਾਂ ਪਰਮਾਤਮਾ ਦਾ ਨਾਮ ਜਪੀ, ਇੰਨਾ ਕੁ ਜਪੀ ਤੇਰੇ ਕੰਨਾਂ ਤੇ ਤੇਰੀ ਆਵਾਜ਼ ਤੈਨੂੰ ਸੁਣੇ। ਇਹਨੂੰ ਕਹਿੰਦੇ ਨੇ ਜਪ।
ਪਹਿਲਾਂ ਜੀਭ ਨਾਲ ਬੋਲ ਕੇ ਫਿਰ ਜੀਭ ਬੰਦ ਹੋ ਜਾਂਦੀ ਹੈ, ਫਿਰ ਸੁਰਤੀ ਦੁਆਰਾ ਇਸ ਤਰ੍ਹਾਂ ਹੀ ਫਿਰ ਉਹ ਚੱਲਦਾ ਨਾਮ। ਹੌਲੀ ਹੌਲੀ ਮੰਜ਼ਿਲਾਂ ਤੈਅ ਕਰਦਾ ਕਰਦਾ ਕਹਿੰਦੇ ਫਿਰ ਉਹ ਸਿਮਰਨ ਇੱਕ ਦਿਨ ਐਸਾ ਤਪ ਬਣ ਜਾਂਦਾ ਹੈ, ਤਪ। ਹੁਣ ਬਾਬੇ ਫਰੀਦ ਦੀ ਮਾਂ ਨੇ ਪਹਿਲਾਂ ਜਪ ਕਰਾਇਆ, ਜਪ। ਕਹਿੰਦੀ ਕਹਿ ਅੱਲਾ, ਤੇ ਮਾਂ ਰੋਜ਼ ਅੰਮ੍ਰਿਤ ਵੇਲੇ ਬਾਬੇ ਫਰੀਦ ਨੂੰ ਉਠਾ ਕੇ, ਅੱਜ ਸਾਡੇ ਵੀ ਪੁੱਤਰ ਨੇ, ਧੀਆਂ ਨੇ, ਸਾਰੇ ਹੀ ਨੇ। ਸਤਿਕਰਤਾਰ ਵਾਹਿਗੁਰੂ ਜਾਣ ਕੇ ਕਿਹੋ ਆਪਣੇ ਹਿਰਦੇ ਉੱਤੇ ਝਾਤੀ ਮਾਰ ਕੇ ਵੀ ਅਸੀਂ ਕਿੰਨਾ ਕੁ ਆਪਣੇ ਬੱਚਿਆਂ ਨੂੰ ਉਠਾਉਣਾ। ਉਹ ਕਹਿੰਦੇ ਜੇ ਆਹ ਸੂਣ ਠੰਡ ਥੋੜੀ ਥੋੜੀ ਪੈਣ ਲੱਗ ਗਈ ਨਾ, ਜੇ ਕਿਤੇ ਉਹ ਮਾੜਾ ਮੋਟਾ ਜਾਂ ਕਿਤੋਂ ਪੱਲਾ ਨੰਗਾ ਵੀ ਰਹਿ ਜੇ ਨਾ ਰਜਾਈ ਦਾ ਬੱਚੇ ਦੇ ਉੱਤੇ, ਉਹ ਹੋਰ ਮਾਂ ਦੱਬ ਕੇ ਦੇ ਦਿੰਦੀ ਹੈ। ਪਰ ਕੋਈ ਭਾਗਾਂ ਵਾਲੀ ਮਾਂ ਹੋ ਜਿਹੜੀ ਬਾਬੇ ਫਰੀਦ ਵਾਂਗੂ ਕਹਿੰਦੀ ਹੋ, ਮਾਂ ਕਹੇ ਫਰੀਦਾ ਹੋਏ ਸੁਬਾ ਉੱਠ ਕੇ ਨਵਾਜ਼ ਗੁਜ਼ਾਰੀ। ਮਾਂ ਕਹੇ ਫਰੀਦਾ ਸੁਬਾ ਉੱਠ ਕੇ ਨਵਾਜ਼ ਗੁਜ਼ਾਰੀ। ਮਾਂ ਕਹੇ ਫਰੀਦਾ ਹੋਏ ਸੁਬਾ ਉੱਠ ਕੇ ਨਵਾਜ਼ ਗੁਜ਼ਾਰੀ। ਮਾਂ ਕਹੇ ਫਰੀਦਾ ਹੋਏ ਸੁਬਾ ਉੱਠ ਕੇ ਨਵਾਜ਼ ਗੁਜ਼ਾਰੀ। ਮਾਂ ਕਹੇ ਫਰੀਦਾ ਹੋਏ ਸੁਬਾ ਉੱਠ ਕੇ ਨਵਾਜ਼ ਗੁਜ਼ਾਰੀ। ਮਾਂ ਕਹੇ ਫਰੀਦਾ ਹੋਏ ਸੁਬਾ ਉੱਠ ਕੇ ਨਵਾਜ਼ ਗੁਜ਼ਾਰੀ। ਮਾਂ ਕਹੇ ਫਰੀਦਾ ਹੋਏ, ਓ ਮਾਂ ਕਹੇ ਫਰੀਦਾ ਹੋਏ ਸੁਬਾ ਉੱਠ ਕੇ ਨਵਾਜ਼ ਗੁਜ਼ਾਰੀ। ਮਾਂ ਕਹੇ ਫਰੀਦਾ ਸੁਬਾ ਉੱਠ ਕੇ ਨਵਾਜ਼ ਗੁਜ਼ਾਰੀ। ਸੁਬਾ ਉੱਠ ਕੇ ਨਵਾਜ਼ ਗੁਜ਼ਾਰੀ। ਮਾਂ ਕਹੇ ਫਰੀਦਾ ਹੋਏ ਸੁਬਾ ਉੱਠ ਕੇ ਨਵਾਜ਼ ਗੁਜ਼ਾਰੀ। ਸੁਬਾ ਉੱਠ ਕੇ ਨਵਾਜ਼ ਗੁਜ਼ਾਰੀ। ਮਾਂ ਕਹੇ ਫਰੀਦਾ ਹੋਏ ਸੁਬਾ ਉੱਠ ਕੇ ਨਵਾਜ਼ ਗੁਜ਼ਾਰੀ। ਮਹਾਰਾਜ ਜੀ ਕਹਿੰਦੇ ਪਹਿਲਾਂ ਕਰ ਜਪ ਫੇਰ ਤਾਪ ਬਣ ਜੂਗਾ, ਉਹਦਾ ਤਪ ਬਣ ਜੂਗਾ। ਪਹਿਲਾਂ ਘਰੇ ਬਿਠਾ ਕੇ ਜਪ ਕਰਾਇਆ, ਫਿਰ ਜੰਗਲਾਂ 'ਚ ਬੈਠ ਕੇ ਤਪ ਕਰਿਆ ਬਾਬੇ ਫਰੀਦ ਨੇ 12 ਸਾਲ ਉੱਥੇ। ਉਹ ਕਿਹੜਾ ਹੁਣ ਮਾਂ ਪਰੌਂਠੇ ਲਈ ਫਿਰਦੀ ਸੀ ਮਗਰ। ਦੇਖੋ ਫਿਰ 12 ਸਾਲ ਦਾ ਚੌਂਕੜਾ ਲਾ ਕੇ ਬਾਬਾ ਫਰੀਦ ਜੀ ਘਰ ਆਏ। ਮਾਂ ਨੇ ਬੜਾ ਪਿਆਰ ਕਰਿਆ। ਫਿਰ ਦੇਖਿਆ ਹਜੇ ਭਾਂਡਾ ਕੱਚਾ ਹੈ। ਜਾ ਫਰੀਦਾ ਫਿਰ ਬੰਦਗੀ ਕਰ। ਬਾਬਾ ਫਰੀਦ ਜੀ ਜਦੋਂ ਜਾਣ ਲੱਗੇ, ਉਹ ਮਿਸਤਰੀ ਘਰਾਂ ਦੇ ਮਿਸਤਰੀਆਂ ਦੇ ਘਰ ਚਲੇ ਗਏ। ਜਾ ਕੇ ਉਹਨੂੰ ਕਹਦੇ ਇਉਂ ਕਰ, ਇੱਕ ਵਧੀਆ ਜੀ ਲੱਕੜ ਨਾ ਕੱਟ ਕੇ ਉਹਦੀ ਗੋਲ ਜੀ ਇੱਕ ਰੋਟੀ ਵਾਂਗੂ ਬਣਾ ਦਿਆਂ, ਗੋਲ ਜਿਹਾ ਟੁਕੜਾ ਵੱਢ ਕੇ। ਉਹਨੇ ਬਣਾ ਕੇ ਦੇਤੀ। ਕਹਿੰਦਾ ਇਹ ਕੀ ਹੈ? ਬਾਬਾ ਫਰੀਦ ਕਹਿੰਦੇ ਮੇਰੀ ਰੋਟੀ ਹੈ, ਇਹਦੇ ਵਿੱਚ ਗਲੀ ਕੱਢ ਦੇ। ਗਲੀ ਕੱਢ ਕੇ ਉਹ ਰੱਸੀ ਗਲ ਵਿੱਚ ਪਾ ਲਈ। ਉਸ ਮਿਸਤਰੀ ਵੀਰ ਨੇ ਆਖਿਆ, ਉਹ ਫਰੀਦਾ ਰੋਟੀ ਤਾਂ ਬਣਾ ਲਈ, ਤਾਂ ਇਹ ਕਾਠ ਦੀ ਲੱਕੜ ਦੀ ਬਣਾ ਲਈ, ਪਰ ਖਾਏਗਾ ਕਾਹਦੇ ਨਾਲ? ਰੋਟੀ ਖਾਣ ਵਾਸਤੇ ਵੀ ਕੋਈ ਨਾ ਕੋਈ ਦਾਲ ਸਬਜ਼ੀ ਲੂਣ ਵਗੈਰਾ ਦੀ ਲੋੜ ਪੈਂਦੀ ਹੈ, ਅਚਾਰ ਦੀ ਲੋੜ ਪੈਂਦੀ ਹੈ। ਬਾਬਾ ਫਰੀਦ ਜੀ ਕਹਿੰਦੇ ਰੋਟੀ ਮੇਰੀ ਕਾਠ ਕੀ, ਲਾਵਣ ਮੇਰੀ ਭੁੱਖ। ਚਲੋ ਅੱਡੋ ਅੱਡੀ ਵਿਦਵਾਨਾਂ ਦੀ ਰਾਏ, ਹਰ ਇੱਕ ਦੀ ਆਪੋ ਆਪਣੀ ਰਾਏ, ਗੁਰਬਾਣੀ ਦਾ ਕੋਈ ਪਾਰਾਵਾਰ ਨਹੀਂ ਪਾ ਸਕਦਾ। ਇੱਕ ਵਿਦਵਾਨ ਨੇ ਅਰਥ ਕਰਿਆ, ਕਹਿੰਦੇ ਲਾਵਣ ਉਹ ਜਿਹੜੀ ਮੇਰੀ ਭੁੱਖ ਹੈ ਉਹੀ ਮੇਰੀ ਲਾਵਣ। ਲਾਵਣ ਤੋਂ ਭਾਵ ਲੂਣ ਨੂੰ ਵੀ ਲਾਵਣ ਕਹੇ ਜਾਂਦਾ। ਬਾਬਾ ਫਰੀਦ ਜੀ ਕਹਿੰਦੇ ਜਿਹੜੀ ਮੇਰੀ ਭੁੱਖ ਹੈ ਨਾ, ਮੈਂ ਉਹ ਇਹ ਰੋਟੀ ਦੇ ਨਾਲ ਲਾ ਕੇ ਖਾ ਲੂੰਗਾ। ਮੈਂ ਸੋਚ ਲਿਆ ਕਰੂੰਗਾ ਵੀ ਆਹ ਜਿਹੜੀ ਲੱਕੜ ਦੀ ਰੋਟੀ ਮੇਰੇ ਗਲ ਵਿੱਚ ਪਾਈ ਹੈ, ਦੇਖ ਕੇ ਇਸ ਤਰ੍ਹਾਂ ਫਰੀਦਾ ਰੋਟੀ ਖਾ ਲਈ। ਜੇ ਮੈਨੂੰ ਕਿਸੇ ਨੇ ਕੋਈ ਪੁੱਛਿਆ ਵੀ ਤਾਂ ਰੋਟੀ ਖਾ ਲਈ, ਮੈਂ ਕਹਿ ਦਿਆ ਕਰੂੰ ਕੁਝ ਖਾ ਲਈ, ਕੁਝ ਮੇਰੇ ਪੱਲੇ ਬੰਨੀ ਹੋਈ ਹੈ। ਤਪ ਬਣ ਗਿਆ ਫਿਰ ਇਹਦਾ। ਦੇਖ ਲਓ ਲੱਕੜ ਦੀ ਰੋਟੀ ਨਾਲ ਫਿਰ 12 ਸਾਲ ਕੱਢਦੇ ਬਾਬੇ ਫਰੀਦ ਜੀ। 12 ਦੂਣਾ 24 ਸਾਲਾਂ ਬਾਅਦ ਬਾਬਾ ਫਰੀਦ ਜੀ ਮੁੜੇ ਆਉਂਦੇ ਨੇ। ਰਸਤੇ ਦੇ ਵਿੱਚ ਆਉਂਦਿਆਂ ਆਉਂਦਿਆਂ ਬਾਬਾ ਫਰੀਦ ਜੀ ਨੇ ਕਿਹਾ, ਕਿਹੋ ਜਿਹਾ ਸਰੀਰ ਹੋ ਗਿਆ? ਬਾਬਾ ਫਰੀਦ ਜੀ ਦਾ ਕੰਧ ਕੁਹਾੜਾ, ਸਿਰ ਘੜਾ ਬਣ ਕੇ ਸਰ ਲਹਾਰ। ਮੈਂ ਲੋੜਾਂ ਸਹੁ ਆਪਣਾ, ਤੂੰ ਲੋੜੇ ਅੰਗਿਆਰ। ਧੰਨ ਬਾਬਾ ਫਰੀਦ ਜੀ ਕਹਿੰਦੇ ਖੜੇ ਨੇ, ਇੱਕ ਦਿਨ ਬੰਦਗੀ ਕਰਦੇ ਨੇ, ਸਰੀਰ ਸੁੱਕ ਗਿਆ ਕਿ ਲੋਹਾਰ ਨੇ ਉਹ
ਘੜਾ ਰੱਖ ਦਿੱਤਾ, ਪਾਣੀ ਦਾ ਭਰਿਆ ਹੋਇਆ ਸੀ, ਮੋਢੇ ਉੱਤੇ ਕੁਹਾੜਾ ਰੱਖਿਆ ਹੋਇਆ ਸੀ। ਦੇਖਿਆ ਸੁੱਕੀ ਲੱਕੜ, ਰਾਤ ਦਾ ਸਮਾਂ, ਬਾਬੇ ਫਰੀਦ ਦੇ ਕੁਹਾੜਾ ਮਾਰਿਆ, ਪੁੱਠਾ ਕਰਕੇ ਡਿੱਗ ਪਿਆ ਬਾਬਾ ਫਰੀਦ। ਜਦੋਂ ਡਿੱਗਿਆ ਮੁਖ ਵਿੱਚੋਂ ਕਾਹਦੀ ਆਵਾਜ਼ ਆਉਂਦੀ ਹੈ? ਰਾਮ ਰਾਮ ਦੀ, ਰਾਮ ਰਾਮ। ਉਹ ਲੋਹਾਰ ਨੇ ਆਖਿਆ ਉਹ ਲੱਕੜ ਨਹੀਂ ਸੀ, ਤਾਂ ਕੋਈ ਫਕਰ ਫਕੀਰ ਸੀ, ਹਨੇਰਾ ਸੀ ਨਾ, ਪਤਾ ਨਹੀਂ ਲੱਗਿਆ। ਬਾਬੇ ਫਰੀਦ ਨੇ ਆਖਿਆ ਉਹ ਤੂੰ ਕਿੱਧਰ ਫਿਰਦਾ? ਹਨੇਰੀ ਰਾਤ ਹੈ, ਇਸ ਵੇਲੇ ਤਾਂ ਪ੍ਰਮਾਤਮਾ ਦੀ ਬੰਦਗੀ ਕਰਨ ਦਾ ਟਾਈਮ ਹੈ, ਤੂੰ ਕਿੱਧਰ ਫਿਰਦਾ? ਕਹਿੰਦਾ ਜੀ ਮੈਂ ਆ ਲੋਹਾਰ, ਮੈਂ ਤਾਂ ਲੱਕੜਾਂ ਦੀ ਢੂੰਡ ਵਿੱਚ ਫਿਰਦਾ। ਉਹ ਤੂੰ ਲੱਕੜਾਂ ਭਾਲ, ਲੱਕੜਾਂ ਕੀ ਕਰੇਗਾ? ਵੱਢ ਕੇ ਮੈਂ ਉਹਦੇ ਕੋਲੇ ਬਣਾ ਕੇ ਆਪਣਾ ਕੰਮ, ਘਰ ਦਾ ਕੰਮ ਤੋਰੂੰਗਾ। ਬਾਬਾ ਜੀ ਕਹਿਣ ਲੱਗੋ ਆ ਸਮਾਂ ਤਾਂ ਪ੍ਰਮਾਤਮਾ ਦੀ ਬੰਦਗੀ ਕਰਨ ਦਾ ਹੈ, ਪਹਿਲਾਂ ਤੂੰ ਜਪ ਕਰ ਫਿਰ ਤਪ ਬਣ ਜੂਗਾ ਇਹਦਾ, ਪਹਿਲਾਂ ਜਾਪ ਕਰ। ਤੇ ਧੰਨ ਬਾਬਾ ਫਰੀਦ ਜੀ ਕਹਿਣ ਲੱਗੇ ਕੰਧ ਕੁਹਾੜਾ ਸਿਰ ਘੜਾ। ਕਹਿੰਦੇ ਕੰਧ ਭਾਵ ਤੇਰੇ ਮੋਢੇ ਉੱਤੇ ਕੁਹਾੜਾ ਰੱਖਿਆ ਹੋਇਆ, ਸਿਰ ਤੇ ਘੜਾ, ਸਿਰ ਘੜਾ ਬਣ ਕੇ ਸਰ ਲੋਹਾਰ। ਬਾਬਾ ਜੀ ਕਹਿਣ ਲੱਗੇ ਉਹ ਤੂੰ ਲੋਹਾਰ ਨਹੀਂ, ਇਹ ਤਾਂ ਪਰਮਾਤਮਾ ਹੀ ਕੋਈ ਤੇਰਾ ਰੂਪ ਧਾਰਨ ਕਰਕੇ ਆਇਆ। ਉਹ ਮੇਰੀ ਪਰਖ ਕਰਕੇ ਦੇਖਦਾ ਸੀ, ਕੁਹਾੜਾ ਮਾਰ ਕੇ ਦੇਖਦਾ ਸੀ ਭਾਂਡਾ ਪੱਕ ਗਿਆ ਕਿ ਕੱਚਾ ਹੈ ਹਜੇ। ਪਹਿਲਾਂ ਮੇਰੀ ਮਾਂ ਨੇ ਮੇਰੇ ਵਾਲ ਪੱਟੇ, ਘਰੇ ਗਏ ਦੇ ਦੇਖਿਆ ਅਜੇ ਭਾਂਡਾ ਕੱਚਾ ਹੈ। ਮੇਰੀ ਮਾਂ ਨੇ ਕਿਹਾ ਚੱਲ ਫਰੀਦਾ ਹੋਰ ਬੰਦਗੀ ਕਰਕੇ ਆ, ਹੁਣ ਤੂੰ ਕੁਹਾੜਾ ਮਾਰ ਕੇ ਚੈੱਕ ਕਰਕੇ ਦੇਖਦਾ ਵੀ ਤੂੰ ਭਾਂਡਾ ਪੱਕ ਗਿਆ ਕਿ ਹਜੇ ਕੱਚਾ ਹੈ। ਦੇਖੋ ਫੇਰ ਕਿਤੇ ਜਾ ਕੇ ਉਹ ਏਡੀ ਬੰਦਗੀ ਉੱਤੇ ਪਹੁੰਚ ਕੇ ਫਿਰ ਕਿਤੇ ਜਾਂਦਾ ਹੈ। ਜਿਵੇਂ ਇੱਕ ਬੁੱਲੇ ਸ਼ਾਹ ਬਾਬਾ ਜੀ ਤੁਰੇ ਜਾਂਦੇ ਸੀ, ਜਾਂਦਿਆਂ ਜਾਂਦਿਆਂ ਬੁੱਲੇ ਸ਼ਾਹ ਬਾਬਾ ਜੀ ਜਦੋਂ ਇਸ ਤਰ੍ਹਾਂ ਤੁਰੇ ਜਾਂਦੇ ਨੇ, ਇੱਕ ਨੌਜਵਾਨ ਬੱਚੀ 22-23 ਸਾਲ ਦੀ ਉਮਰ ਹੈ, ਨਵੀਂ ਵਿਆਹੀ ਲੱਗਦੀ ਹੈ। ਇਸ ਤਰ੍ਹਾਂ ਉਹਦੇ ਨਵੇਂ ਵਸਤਰ ਪਾਏ ਨੇ, ਚੂੜਾ ਪਾਇਆ ਹੋਇਆ, ਉਹਦੇ ਸਿਰ ਤੇ ਉਹ ਲਾਲ ਰੰਗ ਦੀ ਚੁੰਨੀ ਲਈ ਹੈ, ਪਰ ਉਹਦੇ ਇੱਕ ਨਾ ਉਹ ਘੜਾ ਟੰਗਿਆ ਹੋਇਆ ਇਸ ਤਰ੍ਹਾਂ ਲਾਇਆ ਹੋਇਆ ਨਾਲ, ਲੱਕ ਦੇ ਨਾਲ ਘੜਾ ਲਾ ਕੇ ਉੱਤੋਂ ਦੀ ਉਸ ਘੜੇ ਦੇ ਉੱਤੇ ਬਾਂਹ ਪਾਈ ਹੋਈ ਹੈ। ਤੇ ਜਦੋਂ ਬਾਬਾ ਫਰੀਦ ਜੀ ਤੁਰੇ ਜਾਂਦੇ ਨੇ, ਜਾਂਦਿਆਂ ਜਾਂਦਿਆਂ ਉਸ ਲੜਕੀ ਨੇ ਆਵਾਜ਼ ਮਾਰ ਕੇ ਆਖਿਆ, ਬਾਬੇ ਫਰੀਦ ਨੇ ਆਖਿਆ, ਕਹਿੰਦੇ ਆ ਘੜਾ ਦੇਖੋ ਕਿੰਨਾ ਸੁੰਦਰ ਹੈ, ਇਸ ਘੜੇ ਦੇ ਕਿੰਨੇ ਵਧੀਆ ਭਾਗ ਨੇ, ਚੜਿਆ ਜਾਨੈ ਢਾਕ ਪਰਾਈ, ਚੂੜੇ ਬਾਣੀ ਬਾਂਹ ਸੱਜਣਾ ਦੀ ਜਾਨੈ ਗਲ ਵਿੱਚ ਪਾਈ। ਫਕਰਾਂ ਦੇ ਬੋਲ ਸਨ। ਉਸ ਘੜੇ ਨੇ ਆਖਿਆ ਖੜ ਜਾ, ਵੱਡਾ ਫਕਰ ਫਕੀਰ ਬਣਿਆ ਫਿਰਦਾ ਆਪਦੇ ਆਪ ਨੂੰ, ਸੁਣ ਕੇ ਜਾ ਮੇਰੀ ਗੱਲ। ਦੇਖੋ ਹਰ ਇੱਕ ਚੀਜ਼ ਤੋਂ ਸਿੱਖਿਆ ਮਿਲਦੀ ਹੈ ਜੇ ਲੈਣੀ ਹੋਵੇ। ਉਸ ਘੜੇ ਦੇ ਵਿੱਚੋਂ ਆਵਾਜ਼ ਆਈ, ਖੜ ਜਾ ਫਕੀਰਾ, ਮੈਂ ਤੈਨੂੰ ਦੱਸਦਾ, ਤੂੰ ਤਾਂ ਦੋ ਗੱਲਾਂ ਕਹਿ ਕੇ ਤੁਰ ਚੱਲਿਆ, ਪਰ ਕਿਤੇ ਮੇਰੀ ਬੈਠ ਕੇ ਹਿਸਟਰੀ ਸੁਣ, ਫਿਰ ਤੈਨੂੰ ਪਤਾ ਲੱਗ ਜੂਗਾ ਵੀ ਇਹ ਕਿੰਨੇ ਕੁ ਦੁੱਖ ਝੱਲ ਕੇ ਮੈਂ ਇੱਥੋਂ ਤੱਕ ਪਹੁੰਚਿਆ। ਆਪਾਂ ਜਿਵੇਂ ਹੁਣ ਸਮਾਪਤੀ ਵੇਲੇ ਕੜਾਹ ਪ੍ਰਸ਼ਾਦ ਦੀ ਦੇਗ ਲੈਂਦੇ ਆ ਨਾ, ਸਾਰਿਆਂ ਨੂੰ ਵਰਤਾਈ ਜਾਂਦੀ ਇੱਕੋ ਜਿਹੀ ਦੇਗ ਲੈ ਕੇ ਆਪਾਂ ਹੱਥ ਉੱਤੇ ਧਰ ਕੇ ਜਦੋਂ ਛਕਦੇ ਆ ਨਾ, ਆਪਾਂ ਕਹਿੰਦੇ ਕਿੰਨੀ ਸਵਾਦ ਦੇਗ ਹੈ, ਕਿੰਨੀ ਵਧੀਆ ਦੇਗ ਹੈ। ਪਰ ਰਹਿਤ ਮਰਜ਼ਾਦਾ ਵਿੱਚ ਲਿਖਦਾ, ਕਹਿੰਦੇ ਉਹ ਪੁੱਛ ਕੇ ਵੇਖੋ ਦੇਗ ਨੂੰ ਵੀ ਕਿੰਨਾ ਕੁ ਦੁੱਖ ਝੱਲ ਕੇ ਸਾਡੇ ਹੱਥ ਉੱਤੇ ਆਈ ਹੈ ਦੇਗ। ਪਹਿਲਾਂ ਘਿਓ ਲਿਆ, ਫਿਰ ਆਟਾ ਲਿਆ, ਫਿਰ ਚੀਨੀ ਲਈ, ਖੰਡ ਲਈ, ਫਿਰ ਕੜਾਈ ਚੁੱਕੀ, ਅੱਗ ਮਚਾਈ, ਚੁੱਲ੍ਹੇ ਉੱਤੇ ਰੱਖੀ, ਫਿਰ ਉਹਦੇ ਵਿੱਚ ਘਿਓ ਪਾਇਆ, ਘਿਓ ਨੂੰ ਲਾਲ ਕਰਤਾ, ਫਿਰ ਆਟਾ ਪਾਇਆ, ਫਿਰ ਲਾਲ ਕਰਤਾ, ਫਿਰ ਉਹਦੇ ਵਿੱਚ ਖੰਡ ਪਾ ਕੇ ਫਿਰ ਪਾਣੀ ਪਾਇਆ, ਫਿਰ ਵੀ ਘੱਟ ਨਹੀਂ ਕਰੀ। ਮਹਾਂਪੁਰਖ ਕਹਿਣ ਲੱਗੇ ਖੁਰਚਨੇ ਦੇ ਨਾਲ ਕਿਤੇ ਇੱਧਰ ਨੂੰ ਮਾਰਦਾ, ਕਿਤੇ ਇੱਧਰ ਨੂੰ ਮਾਰਦਾ। ਉਦੋਂ ਬਾਅਦ ਕਿਤੇ ਉਹ ਜਾ ਕੇ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੋਦ ਦੇ ਵਿੱਚ ਆਈ। ਛਕਣ ਵਾਲੇ ਨੇ ਹੱਥ ਤੇ ਆਖਿਆ ਬੜੀ ਦੇਗ ਸਵਾਦ ਹੈ, ਬੜਾ ਪ੍ਰਸ਼ਾਦ ਸਵਾਦ ਹੈ ਗੁਰੂ ਦੇ ਘਰ ਦਾ। ਪ੍ਰਸ਼ਾਦ ਨੇ ਕਿਹਾ ਸਵਾਦ ਬਣਨ ਵਾਸਤੇ ਬਹੁਤ ਦੁੱਖ ਝੱਲ ਕੇ ਆਏ ਆ, ਤੈ ਤਾਂ ਕਹਿਤਾ ਰਸਨਾ ਉੱਤੇ ਰੱਖ ਕੇ ਬੜਾ ਵਧੀਆ ਪ੍ਰਸ਼ਾਦ ਹੈ, ਪਰ ਮੇਰਾ ਪਿਛੋਕੜ ਦੇਖ ਪਿੱਛੇ ਨੂੰ ਮੁੜ ਕੇ ਵੀ ਕਿੰਨੇ ਕੁ ਦੁੱਖ ਝੱਲ ਕੇ ਮੈਂ ਇੱਥੋਂ ਤੱਕ ਪਹੁੰਚਿਆ। ਪਹਿਲਾਂ ਜਪ ਫਿਰ ਤਪ। ਹੁਣ ਉਹ ਫਿਰ ਘੜੇ ਦੇ ਵਿੱਚੋਂ ਬਾਜ ਆਈ, ਉਹ ਫਰੀਦਾ ਖੜ ਜਾ, ਫਕਰਾ ਖੜ ਜਾ, ਬੁੱਲੇ ਸ਼ਾਹ ਇੱਥੇ ਮੇਰੀ ਗੱਲ ਸੁਣ ਕੇ ਜਾਓ ਰਿਹਾ, ਇੱਧਰ ਇੱਥੋਂ ਤੱਕ ਪਹੁੰਚਣ ਵਾਸਤੇ ਪਤਾ ਮੈਂ ਕਿੰਨੇ ਦੁੱਖ ਝੱਲਿਆ। ਕਹਿੰਦੇ ਹਾਂ
ਕਹਿੰਦੇ ਪਹਿਲਾਂ ਬਾੜ ਕਹੀਆਂ ਦੀ ਖਾਧੀ, ਫਿਰ ਘਰ ਘੁਮਿਆਰਾਂ ਆਏ। ਕਹਿੰਦੇ ਪਹਿਲਾਂ ਤਾਂ ਘੁਮਿਆਰ ਵੀਰ ਨੇ ਰੇੜਾ ਜੋੜਿਆ, ਅੰਮ੍ਰਿਤ ਵੇਲੇ ਚੰਗੀ ਤਰ੍ਹਾਂ ਕਹੀ ਤਿੱਖੀ ਕਰ ਲਈ, ਰੇੜੇ ਉੱਤੇ ਰੱਖ ਲਈ, ਇੱਕ ਬੱਠਲ ਰੱਖ ਲਿਆ, ਚੱਲ ਪਿਆ। ਜਾ ਕੇ ਉਸ ਘੁਮਿਆਰ ਵੀਰ ਨੇ ਦੇਖਿਆ ਮਿੱਟੀ ਵਧੀਆ ਕਿਹੜੀ ਹੈ, ਵਧੀਆ ਮਿੱਟੀ ਹੁੰਦੀ ਹੈ ਘੜੇ ਭਾਂਡੇ ਬਣਾਉਣ ਵਾਲੀ। ਇੱਕ ਮਿੱਟੀ ਉਹ ਹੁੰਦੀ ਜਿਹੜੀ ਅਸੀਂ ਕੋਠਿਆਂ ਉੱਤੇ ਪਾਉਨੇ ਆ, ਇੱਕ ਮਿੱਟੀ ਉਹ ਹੈ ਜਿਹੜੀ ਆਮ ਆ ਪਈ ਹੈ। ਮਿੱਟੀ ਵਿੱਚ ਫਰਕ ਹੈ। ਕਹਿੰਦੇ ਪਹਿਲਾਂ ਬਾੜ ਗਈ, ਕਹਿੰਦੇ ਥੋੜੀ ਜਿਹੜੀ ਵਧੀਆ ਮਿੱਟੀ ਹੁੰਦੀ ਉਹ ਛੇਤੀ ਨਹੀਂ ਪੱਟੀ ਜਾਂਦੀ ਹੁੰਦੀ, ਕਿਉਂਕਿ ਕਹਿੰਦੇ ਕੰਚ ਵਰਗੀ ਹੁੰਦੀ ਹੈ। ਸਾਡੀਆਂ ਮਾਈਆਂ ਪਹਿਲਾਂ ਕੋਠਿਆਂ ਉੱਤੇ ਫੇਰਦੀਆਂ, ਤਾਂ ਮੁੱਕੀ ਗਿਆ ਸਿਆਪਾ ਹੀ ਵੀ ਫਰਸ਼ ਲਾਤਾ, ਬਸ ਕੰਮ ਘਟ ਗਿਆ ਨਾ। ਚਲੋ ਜਿਹੜੀ ਵਧੀਆ ਮਿੱਟੀ ਮਸਾਂ ਪੱਟ ਕੇ ਲਿਆਉਣੀ ਪੈਂਦੀ ਥੋੜੀ। ਫਿਰ ਉਸ ਘੜੇ ਨੇ ਆਖਿਆ ਪਹਿਲਾਂ ਬਾੜ ਕਹੀਆਂ ਦੀ ਖਾਧੀ, ਫਿਰ ਘਰ ਘੁਮਿਆਰਾਂ ਆਏ। ਪਹਿਲਾਂ ਇੰਨੀ ਥੋੜੀ ਕਰਕੇ ਮੈਨੂੰ ਵੱਢਿਆ ਗਿਆ। ਕਹਿੰਦੇ ਫਿਰ ਪਾਣੀ ਪਾ, ਰਲ ਗਾਰਾ ਹੋਏ, ਅਸੀਂ ਚੱਕ ਤੇ ਸੀਸ ਕਟਾਏ। ਕਹਿੰਦੇ ਘੁਮਿਆਰ ਵੀਰ ਨੇ ਪਹਿਲਾਂ ਭਰਿਆ ਬੱਠਲ, ਉਹਦੇ ਤੇ ਮਾਰਿਆ ਰੇੜੇ ਤੇ, ਫਿਰ ਘਰੇ ਲਿਆ ਕੇ ਵਿਹੜੇ ਵਿੱਚ ਸੁੱਟ ਦਿੱਤੀ। ਚੱਕ ਲਏ ਫਿਰ ਥਾਪੇ ਸਾਰਿਆਂ ਨੇ, ਲਾਗੇ ਕੁੱਟਣ, ਸਾਰੇ ਬਹਿ ਗਏ ਪਰਿਵਾਰ ਦੇ, ਕੋਈ ਇੱਧਰੋਂ ਕੁੱਟਦਾ, ਕੋਈ ਇੱਧਰੋਂ ਕੁੱਟਦਾ। ਕਹਿੰਦੇ ਉਹ ਫਿਰ ਉਹਨੂੰ ਕਹਿੰਦੇ ਵੀ ਇਹਨੂੰ ਜਮਾ ਬਰੀਕ ਕਰ ਲਓ। ਜਮਾ ਬਰੀਕ ਕਰ ਲਈ, ਫਿਰ ਉਹਨੂੰ ਛਾਣ ਦਿੱਤਾ। ਜਿਹੜੀਆਂ ਰੋੜੀਆਂ ਰਹਿ ਗਈਆਂ ਉਹਨੂੰ ਕਹਿੰਦੇ ਇਹਨੂੰ ਵੀ ਬਰੀਕ ਕਰੋ ਦੁਬਾਰੇ। ਫਿਰ ਉਹਨੂੰ ਫਿਰ ਬਰੀਕ ਕੀਤਾ ਗਿਆ। ਕਹਿੰਦੇ ਫਿਰ ਪਾਣੀ ਪਾਤਾ ਉਹਦੇ ਵਿੱਚ, ਪਾਣੀ ਪਾ ਕੇ ਫਿਰ ਘੁਮਿਆਰ ਵੀਰ ਨੇ ਮਾਰ ਲੱਤਾਂ ਫਿਰ ਪੋਲਾ ਕੀਤਾ। ਮੈਨੂੰ ਇੱਕ ਦਿਨ 'ਚ ਹੀ ਨਹੀਂ ਹੋਇਆ, ਕਈ ਦਿਨ ਪਾਣੀ ਪਾ ਕੇ ਕਹੀਂ ਨਾ ਵੱਢ ਕੇ ਕਿਤੇ ਇੱਧਰ ਨੂੰ ਕਰਤਾ, ਕਿਤੇ ਇੱਧਰ ਨੂੰ ਕਰਤਾ, ਕਿਤੇ ਇੱਧਰ। ਘੜੇ ਦੇ ਵਿੱਚੋਂ ਆਵਾਜ਼ ਆ ਰਹੀ ਹੈ ਪਾਣੀ ਪਾ, ਰਲ ਗਾਰਾ ਹੋਇਆ ਸੀ, ਚੱਕ ਤੇ ਸੀਸ ਕਟਾਇਆ। ਕਹਿੰਦੇ ਫਿਰ ਉਹਨੂੰ ਗੁੰਨਿਆ, ਫਿਰ ਉਹਨੂੰ ਚੱਕ ਤੇ ਕਿਤੇ ਲਿਜਾ ਕੇ ਰੱਖਿਆ। ਕਹਿੰਦੇ ਜਦੋਂ ਉਹ ਚੱਕ ਦੇ ਉੱਤੇ ਰੱਖ ਲਿਆ, ਫਿਰ ਘੁਮਿਆਰ ਵੀਰ ਦੀ ਮਰਜ਼ੀ ਆ, ਉਹ ਜਿਹੜਾ ਮਰਜ਼ੀ ਭਾਂਡਾ ਬਣਾਵੇ, ਘੜਾ ਬਣਾ ਦੇਵੇ, ਉਹਦੇ ਦੀਵੇ ਬਣਾ ਦੇਵੇ, ਜਿਹੜੇ ਦੀਵਾਲੀ ਵੇਲੇ ਆਉਣ ਨੇ, ਉਹਦਾ ਹੁੱਕਾ ਬਣਾ ਦੇਵੇ, ਉਹਦੇ ਭਾਂਤ ਦੇ ਭਾਂਡੇ ਬਣਾਉਂਦੇ। ਗੁਰੂ ਜੀ ਨੇ ਇਹ ਵੀ ਫੈਸਲਾ ਕਰਤਾ, ਆਪੇ ਭਾਂਡੇ ਸਾਜਿਆਂ ਨੇ ਆਪੇ ਪੂਰਨ ਦੇ, ਇੱਕ ਨਹੀਂ ਦੁੱਧ ਸਮਾਈ, ਇੱਕ ਚੁੱਲ੍ਹੇ ਰਹਿਣ ਚੜੇ, ਇੱਕ ਨੇ ਹਾਲੀ ਪੈ ਸਭਨੀ ਕੂਪਰ ਰਹਿਣ ਖੜੇ, ਤਿਨਾ ਸਵਾਰੇ ਨਾਨਕਾ ਜਿਨ ਕੋ ਨਦਰ ਕਰੇ। ਕਹਿੰਦੇ ਉਹ ਫਿਰ ਉਹ ਘੁਮਿਆਰ ਵੀਰ ਦੀ ਮਰਜ਼ੀ ਹੈ, ਜੇ ਤਾਂ ਘੜਾ ਬਣਾਤਾ ਤਾਂ ਸਾਰੀ ਜ਼ਿੰਦਗੀ ਸੁੱਖ ਪਾਊਗਾ ਘੜਾ। ਕਿਉਂ? ਘੜੇ ਵਿੱਚ ਪਾਣੀ ਪਾਤਾ, ਘੜਾ ਠੰਡਾ ਰਹੂਗਾ, ਪੀਣ ਵਾਲੇ ਦਾ ਮਨ ਵੀ ਠੰਡਾ ਹੋ ਜਾਊਗਾ। ਉਸੇ ਮਿੱਟੀ ਦੇ ਵਿੱਚੋਂ ਘੁਮਿਆਰ ਵੀਰ ਨੇ ਜਿਹੜੇ ਨਾ ਉਹ ਬਣਾ ਦਿੱਤੇ ਛੋਟੇ ਦੀਵੇ, ਉਹ ਦੀਵਾਲੀ ਨੂੰ ਲਿਆ ਕੇ ਭਰ ਕੇ ਤੇਲ ਦੇ ਤਾਹਾਂ ਰੱਖ ਦਿੱਤੇ ਉੱਪਰ, ਸਾਰੀ ਰਾਤ ਚੱਲਦੇ ਰਹੇ। ਤੇ ਉਸੇ ਭਾਂਡੇ ਦੇ ਵਿੱਚੋਂ ਇੱਕ ਐਸਾ ਉਹ ਦੁੱਧ ਵਾਲੀ ਕਾੜ੍ਹਨੀ ਬਣਾ ਦਿੱਤੀ, ਉਹਦੇ ਵਿੱਚ ਪਾ ਕੇ ਦੁੱਧ ਸਾਰਾ ਦਿਨ ਚੁੱਲ੍ਹੇ ਤੇ ਰੜੀ ਜਾਂਦਾ। ਉਹ ਕਹਿੰਦੇ ਮਾਈਆਂ ਦੁੱਧ ਰੜ ਜਾਵੇ, ਐ ਚੰਗੀ ਤਰ੍ਹਾਂ ਕੜ ਜਾਵੇ, ਵਧੀਆ ਬਣ ਜੂਗਾ। ਕਹਿੰਦੇ ਬੁੱਲਿਆ ਦੇਖ ਇੱਧਰ ਸਾਡੀ ਹਾਲਤ। ਉਸੇ ਮਿੱਟੀ ਦੇ ਵਿੱਚ ਇੱਕ ਉਹ ਹੁੱਕਾ ਬਣਾਤਾ, ਜਿਹੜਾ ਉੱਪਰਲੇ ਪਾਸੇ ਲੱਗਿਆ ਹੁੰਦਾ ਡੂਨਾ ਜਾ, ਉਹਦੇ ਵਿੱਚ ਅੱਗ ਪਾ ਕੇ ਫਿਰ ਉਹ ਥੱਲੇ ਹੁੱਕਾ ਪੀਣ ਵਾਲੇ ਗੁੜ ਜੀ ਕਰੀ ਜਾਂਦੇ ਨੇ। ਕਹਿੰਦੇ ਦੇਖ ਉਹਦੇ ਵਿੱਚ ਵੀ ਕਿੰਨੀ ਔਖੀ ਹੋਈ। ਕਹਿੰਦੇ ਫਿਰ ਭਾਂਡੇ ਬਣਾ ਕੇ ਫਿਰ ਸਾਨੂੰ ਧੁੱਪ ਦੇ ਵਿੱਚ ਰੱਖ ਦਿੱਤਾ, ਵੀ ਮਾੜੇ ਜੇ ਸੁੱਕ ਜਾਣ ਦੇ ਧੁੱਪ ਦੇ ਵਿੱਚ। ਗਰਮੀਆਂ ਦੀ ਜੇਠ ਹਾੜ ਦੀ ਬੜੀ ਧੁੱਪ ਲੱਗੀ ਸਾਰਾ ਦਿਨ। ਫਿਰ ਕਹਿੰਦੇ ਉਹਨੇ ਘੁਮਿਆਰ ਵੀਰ ਨੇ ਭਾਂਡੇ ਇਕੱਠੇ ਕਰਕੇ ਨਾ ਆਵੀ ਦੇ ਵਿੱਚ ਪਾ ਦਿੱਤਾ। ਫਿਰ ਆਵੀ ਦੇ ਵਿੱਚ ਕਿੰਨਾ ਪਾਇਆ? 8 ਪਹਿਰ ਅੱਗ ਹਿਜਰ ਦੀ ਸਾੜੀ, ਅਸੀਂ ਉੱਥੇ ਰੰਗ ਵਟਾਏ। ਕਹਿੰਦੇ 8 ਪਹਿਰ ਅੱਗ ਪਾ ਕੇ ਚੰਗੀ ਤਰ੍ਹਾਂ ਉਹਨੇ ਕੂੜਾ ਕਬਾੜ ਪਾਇਆ, ਪਾਥੀਆਂ ਲੱਕੜਾਂ ਪਾ ਕੇ ਫਿਰ ਉਹਨੇ ਉਹ ਜਿਹੜੀ 8 ਪਹਿਰ ਸਾਨੂੰ ਆਵੇ ਦੇ ਵਿੱਚ ਸਾੜਿਆ ਚੰਗੀ ਤਰ੍ਹਾਂ। ਕਹਿੰਦੇ ਫੇਰ ਵੀ ਘੱਟ ਨਹੀਂ ਕਰਿਆ। ਜਦੋਂ ਆਵੀ ਦੀ ਅੱਗ ਠੰਡੀ ਹੋ ਗਈ, ਉਹਨੇ ਕੱਢ ਕੇ ਫਿਰ ਠੋਲਾ ਮਾਰ ਕੇ ਵੇਖਿਆ, ਪੱਕ ਵੀ ਗਿਆ ਕਿ ਭਾਂਡਾ ਕੱਚਾ। ਜਿਹੜਾ ਤਾਂ ਪੱਕ ਗਿਆ ਉਹਨੂੰ ਇੱਕ ਪਾਸੇ ਰੱਖ ਦਿੱਤਾ, ਜਿਹੜਾ ਕੱਚਾ ਸੀ ਉਹਨੂੰ ਇੱਕ ਪਾਸੇ ਰੱਖ ਦਿੱਤਾ। ਬੋਲਿਆ ਬਾਬਿਆ ਤਾਂ ਕਹਿ ਤਾਂ ਦਿੱਤਾ ਵੀ ਆ ਇੱਕ ਨੌਜਵਾਨ ਬੱਚੀ ਦੇ ਢਾਕ ਦੇ ਉੱਤੇ ਚੜਿਆ ਜਾਂਦਾ, ਪਹਿਲਾਂ ਗੱਲ ਸੁਣ ਮੇਰੀ। ਕਹਿੰਦੇ ਹਾਂ। ਕਹਿੰਦੇ 8 ਪਹਿਰ ਅੱਗ ਹਿਜਰ ਦੀ ਸਾੜੀ, ਅਸੀਂ ਉੱਥੇ ਰੰਗ ਵਟਾਏ। ਕਹਿੰਦੇ ਫੇਰ ਘੁਮਿਆਰ ਵੀਰ ਨੇ ਕੀਤਾ ਕਿ ਜਿਹੜੇ ਵਧੀਆ ਭਾਂਡੇ ਸੀ ਉਹ ਰੇੜੇ ਉੱਤੇ ਫੇਰ ਰੱਖ ਲਏ ਦੁਬਾਰੇ। ਰੇੜੇ ਉੱਤੇ ਰੱਖ ਕੇ ਭਾਂਡੇ ਤੇ ਫਿਰ ਗਲੀ ਫਿਰ ਹੋਕਾ ਦਿੱਤਾ। ਗਲੀ ਵਿੱਚ ਹੋਕਾ ਦੇ ਕੇ ਨਾ ਫਿਰ ਕਿਹਾ ਕਿ ਕਹਿੰਦੇ ਆ ਮੇਰੇ ਕੋਲੇ ਬਰਤਨ ਨੇ, ਆਜੋ ਲੈ ਜਾਓ।
ਗਲੀ ਗਲੀ ਫਿਰ ਹੋਕਾ ਦਿੱਤਾ। ਫਿਰ ਘਰ ਸੱਜਣਾ ਦੇ ਆਏ, ਕਹਿੰਦੇ ਫਿਰ ਕਿਤੇ ਮੈਂ ਆ ਘਰ ਦੇ ਵਿੱਚ ਆਏ ਆ, ਪਹਿਲਾਂ ਮੇਰਾ ਉਹ ਦੇਖ ਕੇ ਆਓ, ਉੱਥੋਂ ਲੈ ਕੇ ਪਿਛੋਕੜ। ਕਹਿੰਦੇ ਫਿਰ ਗਲੀ ਗਲੀ ਹੋਕਾ ਦੇ ਕੇ ਕਿਹਾ ਕਿੰਨੇ ਦਾ? ਚਲੋ ਉਹਨਾਂ ਸਮਿਆਂ ਵਿੱਚ ਆਨੇ 2 ਆਨੇ ਦਾ ਰੁਪਈਏ ਦਾ ਕਹਿ ਲਓ। ਚਲੋ ਕਹਿੰਦੇ ਉਹ ਘੜਾ ਦੇ ਕੇ ਉਹਦੀ ਚਲੋ ਕਿਸੇ ਨੇ ਕਣਕ ਪਾਤੀ, ਕਿਸੇ ਨੇ ਪੈਸੇ ਦਿੱਤੇ। ਕਹਿੰਦੇ ਫਿਰ ਘਰ ਸੱਜਣਾ ਦੇ ਆਏ। ਕਹਿੰਦੇ ਫਿਰ ਉਹ ਘਰ ਵਾਲਿਆਂ ਨੇ ਫਿਰ ਕੀ ਕੀਤਾ? ਕਹਿੰਦੇ ਫਿਰ ਮੇਰੇ ਗਲ ਵਿੱਚ ਰੱਸੀ ਪਾ ਲਈ, ਰੱਸੀ ਗਲ ਦੇ ਵਿੱਚ, ਗਲ ਦੇ ਵਿੱਚ ਰੱਸੀ ਪਾ ਕੇ ਕਹਿੰਦੇ ਫਿਰ ਖੂਹ ਵਿੱਚ ਲਮਕਾ ਦਿੱਤਾ ਘੜਾ। ਕਹਿੰਦਾ ਪਾਣੀ ਪਹਿਲਾਂ ਖੂਹਾਂ ਚੋਂ ਕੱਢਦੇ ਸੀ ਨਾ, ਕਹਿੰਦੇ ਜਦੋਂ ਗਲ ਵਿੱਚ ਰੱਸੀ ਪਾ ਕੇ ਖੂਹ 'ਚ ਲਮਕਾ ਦਿੱਤਾ, ਕਹਿੰਦੇ ਫਿਰ ਗਿਣ ਗਿਣ ਕੇ ਗੋਤੇ ਲਵਾਏ ਮੇਰੇ। ਜਦੋਂ ਪਾਣੀ ਨਾ ਭਰਿਆ ਕਰੇ ਉਹ ਚੱਕ ਕੇ ਬੀਬੀ ਫੇਰ ਵਿੱਚ ਸਿੱਟਿਆ ਕਰੇ, ਫੇਰ ਬਾਹਰ ਕੱਢ ਲਿਆ ਕਰੇ, ਜੇ ਭਰਿਆ ਨਹੀਂ ਫੇਰ ਚੱਕ ਕੇ ਵਿੱਚ ਸਿੱਟਿਆ ਕਰੇ ਉਹਦੇ। ਬਾਬਾ ਬੁੱਲੇ ਸ਼ਾਹ ਦੇ ਅੱਖਾਂ ਵਿੱਚੋਂ ਪਾਣੀ ਆ ਗਿਆ। ਉਹ ਇੰਨੀ ਕਠਨ ਘਾਲਣਾ ਘਾਲੀ, ਕਹਿੰਦੇ ਹਾਂ ਇੰਨੀ ਕਠਨ ਘਾਲਣਾ ਘਾਲ ਕੇ ਫਿਰ ਵਕਤੇ ਅਖੀਰ ਉਸ ਘੜੇ ਨੇ ਆਖਿਆ ਇੰਨੇ ਦੁੱਖ ਝੱਲ ਝੱਲ ਬੁੱਲਿਆ ਫਿਰ ਢਾਕ ਮਹਿਬੂਬ ਦੀ ਆਏ। ਕਹਿੰਦੇ ਇੰਨੇ ਦੁੱਖ ਝੱਲ ਕੇ ਨਾ ਫਿਰ ਕਿਤੇ ਆ ਜਿਹੜੀ ਹੈ ਨੌਜਵਾਨ ਬੱਚੀ ਹੈ ਇਹਦੇ ਚੱਕਣ ਦਾ ਸੁਭਾਗ ਪ੍ਰਾਪਤ ਹੋਇਆ, ਇੰਨੇ ਦੁੱਖ ਚੱਲ ਚੱਲ ਕੇ। ਇਸ ਕਰਕੇ ਮਹਾਰਾਜ ਜੀ ਕਹਿਣ ਲੱਗੇ ਪਹਿਲਾਂ ਜਪ ਤੇ ਫਿਰ ਤਪ। ਜਪ ਕਰਦਿਆਂ ਕਰਦਿਆਂ ਤਪ ਬਣ ਜਾਂਦਾ ਹੈ, ਪਰ ਹਜੇ ਜਪ ਹੀ ਨਹੀਂ ਸ਼ੁਰੂ ਕਰਿਆ, ਹਜੇ ਤਾਂ ਇੱਕ ਵੀ ਪਾਠ ਜਪਜੀ ਸਾਹਿਬ ਦਾ ਨਹੀਂ ਕਰਿਆ, ਹਜੇ ਤਾਂ ਇੱਕ ਵੀ ਚੌਪਈ ਦਾ ਨਹੀਂ ਕਰਿਆ, ਹਜੇ ਤਾਂ 5 ਮਿੰਟ ਵੀ ਨਹੀਂ ਸ਼ੁਰੂ ਕਰਿਆ ਵੀ ਅਸੀਂ ਵਾਹਿਗੁਰੂ ਵਾਹਿਗੁਰੂ ਕਰਨਾ ਸ਼ੁਰੂ ਕਰ ਦਈਏ। 5 ਮਿੰਟ, ਫਿਰ ਕੱਲ ਨੂੰ 6 ਕਰਦੀ, ਚਲੋ 10 ਨਾ ਕਰੀ ਇਕੱਠੇ, 6 ਕਰਦੀ ਕੱਲ ਨੂੰ, ਫਿਰ 7 ਮਿੰਟ ਕਰਦੀ, ਫਿਰ 8 ਮਿੰਟ ਹੋ ਜਾਣਗੇ, ਫਿਰ 9, ਫਿਰ 10, 1-1 ਮਿੰਟ ਵਧਾਉਣਾ ਹੈ। ਮਹਾਰਾਜ ਜੀ ਕਹਿੰਦੇ ਸਾਰੋ ਦਿਨ ਸ ਮਜ਼ਦੂਰੀ ਕਰੇ, ਹਰ ਸਿਮਰਨ ਕੀ ਬੇਲਾ ਬੱਜਰ ਸਿਰ ਪਰ ਹੈ। ਕਹਿੰਦੇ ਸਾਰਾ ਦਿਨ ਮਨੁੱਖ ਕੰਮ ਕਰ ਸਕਦਾ ਹੈ, ਪਰ ਜਦੋਂ ਪ੍ਰਮਾਤਮਾ ਦਾ ਨਾਮ ਜਪਣ ਦਾ ਵੇਲਾ ਆਉਂਦਾ ਉਦੋਂ ਕਹਿੰਦੇ ਹਰ ਸਿਮਰਨ ਕੀ ਬੇਲਾ ਬੱਜਰ ਸਿਰ। ਕਹਿੰਦੇ ਪਹਾੜਾਂ ਦਾ ਜਿਹੜੇ ਪਹਾੜ ਨੇ ਉਹ ਸਿਰ ਤੇ ਡਿੱਗ ਪੈਂਦੇ ਨੇ। ਹੁਣ ਬਾਬਾ ਫਰੀਦ ਜੀ ਨੇ ਕਰ ਲਿਆ ਜਪ, ਹੁਣ ਤਪ ਕਰ ਲਿਆ, 12 ਸਾਲ ਦਾ ਚੌਂਕੜਾ ਲਾ ਕੇ ਵਾਪਸ ਮੁੜੇ ਆਉਂਦੇ ਨੇ। ਕਹਿੰਦੇ ਰਸਤੇ ਵਿੱਚ ਆ ਕੇ ਪੈ ਗਏ ਬਾਬਾ ਜੀ, ਤੇ ਕਹਿੰਦੇ ਜਦੋਂ ਰਸਤੇ ਵਿੱਚ ਪਏ ਨਾ ਇੱਕ ਦਰਖਤ ਸੀ ਵੱਡਾ ਸਾਰਾ ਬੋੜ ਸੰਘਣਾ ਜਾ, ਉਹਦੇ ਉੱਤੇ ਪਏ, ਥੱਲੇ ਪਏ ਨੇ, ਉੱਥੇ ਚਿੜੀਆਂ ਰੌਲਾ ਪਾਉਣ ਲੱਗ ਗਈਆਂ। ਜਦੋਂ ਚਿੜੀਆਂ ਰੌਲਾ ਪਾਉਂਦੀਆਂ ਨੇ ਬਾਬਾ ਜੀ ਕਹਿੰਦੇ ਇੱਕ ਤਾਂ 12 ਸਾਲਾਂ ਬਾਅਦ ਆਇਆ ਮੈਂ, ਆ ਕੇ ਮਾੜਾ ਮੋਟਾ ਜਿਹਾ ਆਰਾਮ ਕਰਨ ਲੱਗਿਆ ਸੀ, ਹੁਣ ਆ ਚਿੜੀਆਂ ਨੇ ਆ ਕੇ ਰੌਲਾ ਪਾਤਾ। ਬਾਬਾ ਫਰੀਦ ਜੀ ਨੇ ਪਏ ਨੇ ਆਖਿਆ ਇਹਦੇ ਨਾਲ ਤਾਂ ਬਿਹਤਰ ਹੈ ਤੁਸੀਂ ਮਰੀ ਜਾਓ, ਪਰ ਜਿਵੇਂ ਆਪਾਂ ਸਹਿਜ ਸੁਭਾਅ ਜੇ ਕਹਿ ਦਿੰਦੇ ਹਾਂ, ਉਹ ਸਾਰੀਆਂ ਚਿੜੀਆਂ ਸੁੱਕੇ ਪੱਤਿਆਂ ਵਾਂਗੂ ਝੜ ਗਈਆਂ ਥੱਲੇ। ਬਾਬਾ ਫਰੀਦ ਜੀ ਉੱਠ ਕੇ ਬਹਿ ਗਏ, ਹਾਂ ਮੈਂ ਹੁਣ ਬਾਬਾ ਬਣ ਗਿਆ, ਸੰਤ ਬਣ ਗਿਆ। ਕਿਉਂ? ਮੈਂ ਚਿੜੀਆਂ ਨੂੰ ਮਾਰਤਾ ਇੱਕ ਵਾਰੀ ਕਹਿਣ ਦੇ ਨਾਲ। ਫਕਰ ਫਕੀਰ ਨੇ ਕਿਹਾ ਸੀ ਮਾੜਾ ਜਿਹਾ, ਨਹੀਂ ਤੁਸੀਂ ਮਰ ਜੋ ਚਿੜੀਓ ਨੀ, ਐਵੇਂ ਕਾਤੋਂ ਰੌਲਾ ਪਾਇਆ, ਮਰ ਜੋ ਚਿੜੀਓ ਨੀ, ਐਵੇਂ ਕਾਤੋਂ ਰੌਲਾ ਪਾਇਆ, ਮਰ ਜੋ ਚਿੜਿਓ ਨੀ, ਐਵੇਂ ਕਾਤੋਂ ਰੌਲਾ ਪਾਇਆ, ਮਰ ਜੋ ਚਿੜਿਓ ਨੀ, ਐਵੇਂ ਕਾਤੋਂ ਰੌਲਾ ਪਾਇਆ, ਮਰ ਜੋ ਚਿੜਿਓ ਨੀ, ਐਵੇਂ ਕਾਤੋਂ ਰੌਲਾ ਪਾਇਆ, ਤੁਸੀਂ ਮਰ ਜੋ ਚਿੜਿਓ ਨੀ, ਐਵੇਂ ਕਾਤੋਂ ਰੌਲਾ ਪਾਇਆ। ਦਿਲ ਬੜਾ ਭਗਤ ਫਰੀਦ ਜੀ ਦਾ ਸੀ, ਉਹ ਨਾ ਪਿਘਲ ਗਿਆ। ਉਹ ਕਹਿੰਦਾ ਲੈ ਉਹ ਤੂੰ ਫਰੀਦਾ ਹੋਰ ਦਰਖਤ ਥੱਲੇ ਪੈ ਜਾਂਦਾ, ਇਹਨਾਂ ਨੇ ਤੇਰਾ ਕੀ ਵਿਗਾੜਿਆ? ਵਿਚਾਰੀਆਂ ਨੇ ਬੈਠੇ ਬੈਠੇ ਨੇ ਫੇਰ ਆਵਾਜ਼ ਦਿੱਤੀ, ਜਾਓ ਉੱਡ ਜੋ, ਸਾਰੀਆਂ ਉੱਡ ਗਈਆਂ। ਮਨ ਵਿੱਚ ਥੋੜਾ ਜਿਹਾ ਹੋਰ ਹਉਮੈ ਦਾ ਬੂਟਾ ਪੈਦਾ ਹੋ ਗਿਆ, ਮੈਂ ਚਿੜੀਆਂ ਮਾਰ ਵੀ ਦਿੰਨਾ, ਮੈਂ ਚਿੜੀਆਂ ਜਿਉਂਦਿਆਂ ਵੀ ਕਰ ਦਿੰਨਾ। ਹੁਣ ਮੈਂ ਹੋਰ ਗੱਲਾਂ ਸਾਰੀਆਂ ਬਾਅਦ ਵਿੱਚ ਕਰੂੰ, ਪਹਿਲਾਂ ਮਾਂ ਨੂੰ ਇਹ ਜਾ ਕੇ ਦੱਸੂਗਾ, ਮਾਂ ਹੁਣ ਮੇਰੇ ਵਿੱਚ ਇੰਨੀ ਕੁ ਤਾਕਤ ਹੈ, ਪਹਿਲਾਂ ਮੈਂ ਚਿੜੀਆਂ ਮਾਰ ਦੂੰਗਾ, ਫਿਰ ਮੈਂ ਜਿਉਂਦੀਆਂ ਵੀ ਕਰ ਦੂੰਗਾ। ਪਰ ਮਨ ਵਿੱਚ ਥੋੜੀ ਜਿਹੀ ਦਇਆ ਆ ਗਈ, ਉਹ ਤੇਰਾ ਫਰੀਦਾ ਕੀ ਵਿਗਾੜ ਦਿੱਤਾ, ਚੱਲ ਉੱਠ ਕੇ ਤੂੰ ਪਰਲੇ ਦਰਖਤ ਥੱਲੇ ਪੈ ਜਾ ਕੇ। ਤੇ ਧੰਨ ਬਾਬਾ ਫਰੀਦ ਜੀ ਨੇ
ਉੱਠ ਕੇ ਫੇਰ ਆਖਿਆ, ਜਦੋਂ ਚਿੜੀਆਂ ਮਰੀਆਂ ਸੀ, ਚਿੜੀਆਂ ਮਰੀਆਂ ਦੇਖ ਕੇ ਸਾਰੀਆਂ ਫਰੀਦ ਉੱਚੀ ਉੱਚੀ ਰੋਣ ਲੱਗ ਪਿਆ। ਜਦੋਂ ਚਿੜੀਆਂ ਮਰੀਆਂ ਸੀ, ਫਰੀਦ ਨੂੰ ਤਰਸ ਬੜਾ ਸੀ ਆਇਆ। ਚਿੜੀਆਂ ਮਰੀਆਂ ਸੀ, ਤਰਸ ਬੜਾ ਸੀ ਆਇਆ। ਚਿੜੀਆਂ ਮਰੀਆਂ ਦੀ ਫਰੀਦ ਨੂੰ ਤਰਸ ਬੜਾ ਹੀ ਆਇਆ। ਚਿੜੀਆਂ ਮਰੀਆਂ ਦੀ ਫਰੀਦ ਨੂੰ ਤਰਸ ਬੜਾ ਹੀ ਆਇਆ। ਚਿੜੀਆਂ ਮਰੀਆਂ ਦੀ ਫਰੀਦ ਨੂੰ ਤਰਸ ਬੜਾ ਹੀ ਆਇਆ। ਜਦੋਂ ਚਿੜੀਆਂ ਮਰੀਆਂ ਸੀ, ਨੂੰ ਤਰਸ ਬੜਾ ਹੀ ਆਇਆ। ਧੰਨ ਮਹਾਰਾਜ ਜੀ ਕਹਿੰਦੇ, ਜਪ ਤਪ ਸੰਜਮ ਧਰਮ ਨਾ ਕਮਾਏ। ਜਪ ਵੀ ਕਰਨਾ ਸੌਖਾ ਹੈ, ਸ਼ਾਇਦ ਹੋ ਜਾਊਗਾ, ਚਲੋ ਇਹ ਕਹਿ ਦੂ। ਤਪ ਵੀ ਸੌਖਾ ਹੈ। ਆਪਣੇ ਇੱਥੇ ਬਾਬਾ ਜੀ ਬੈਠੇ ਡਰੇਨ ਤੇ, ਉਹ ਧੂਣੇ ਤਾਪਦੇ ਨੇ। ਜਦੋਂ ਜੇਠ ਹਾੜ ਦਾ ਮਹੀਨਾ ਹੁੰਦਾ, ਆਲੇ ਦੁਆਲੇ ਉਹ ਪਾਥੀਆਂ ਦੇ ਧੂਈਆਂ ਲਾ ਕੇ ਬਹਿ ਜਾਂਦੇ ਨੇ, ਜਪ ਤਪ ਕਰਦੇ ਨੇ। ਤਪ ਕਹਿ ਦਿੰਦੇ ਨੇ, ਤਪ ਕਰਦੇ ਨੇ। ਜੇਠ ਹਾੜ ਦੀ ਧੁੱਪ ਪੈਂਦੀ ਹੁੰਦੀ, ਆਲੇ ਦੁਆਲੇ ਧੂਈਆਂ ਲੱਗੀਆਂ ਹੁੰਦੀਆਂ, ਉਹਨੂੰ ਕਹਿੰਦੇ ਤਪ। ਮਹਾਰਾਜ ਜੀ ਕਹਿੰਦੇ ਤਪ ਕਰ ਲੈਣਾ ਸੌਖਾ ਹੈ, ਪਰ ਉਹਨੂੰ ਕਰਕੇ ਸੰਭਾਲਣਾ ਔਖਾ ਹੈ। ਅੱਗੇ ਸੰਭਾਲਣ ਦੀ ਗੱਲ ਹੈ। ਕਹਿੰਦੇ ਕਈ ਮਨੁੱਖ ਹੁੰਦੇ ਨੇ ਨਾ, ਅਗਲਾ ਕਹਿੰਦਾ ਵੀ ਲੜਾਈ ਝਗੜੇ ਵਾਲੀ ਤੁਸੀਂ ਚਲੋ ਲਾ ਲਓ, ਸੌਖਾ ਜਾ। ਲੜਾਈ ਝਗੜੇ ਹੁੰਦੇ ਆ, ਕਹਿੰਦਾ ਮੈਂ ਤਾਂ ਮਾਰ ਕੇ ਡਾਂਗ ਹੁਣ ਪਾੜ ਦੂੰਗਾ, ਸਿਰ ਮਖਾਈ ਤਾਂ ਸਾਰਿਆਂ ਕੋਲ ਹੀ ਹੈ। ਡਾਂਗ ਮਾਰ ਕੇ ਸਿਰ ਪਾੜਨ ਵਾਲੀ ਤਾਂ ਸੌਖੀ ਗੱਲ ਹੈ, ਤਾਂ ਕੋਈ ਗੱਲ ਨਹੀਂ, ਮਿੰਟ ਲੱਗੂਗਾ, 2 ਲੱਗ ਜਾਣਗੇ। ਲੜਾਈ ਝਗੜਾ ਕਰੋ, ਕਿਸੇ ਦੇ ਮਾਰੋ ਡਾਂਗ ਸਿਰ ਵਿੱਚ, ਸਿਰ ਪਾੜ ਜੂਗਾ। ਪਰ ਇਹਨੂੰ ਸੰਭਾਲਣ ਵਾਸਤੇ ਫਿਰ ਦੇਖ ਵੀ ਕਿੰਨਾ ਕੁ ਦੁੱਖ ਲੱਗੂਗਾ। ਪਹਿਲਾਂ ਪੁਲਿਸ 'ਚ ਜਾਵਾਂਗੇ, ਡੰਡੇ ਖਾਣੇ ਪੈਣਗੇ, ਉੱਥੇ ਫਿਰ ਇਰਾਦਾ ਕਤਲ ਬਣ ਜੂਗਾ। ਜੇ ਮਰ ਗਿਆ ਉਹ ਤਾਂ ਫਿਰ ਕਤਲ ਹੀ ਹੈ, ਸਿੱਧੇ ਨੂੰ ਸਿੱਧਾ ਹੀ। ਫਿਰ ਉਹ ਕੀ ਕਹਿਣਗੇ, ਸਿੱਟੋ ਇਹਨੂੰ ਚਿੰਮੇ ਵਾਲੀ ਜੇਲ੍ਹ ਦੇ ਵਿੱਚ, 20 ਸਾਲੀ ਹੋ ਗਈ ਉੱਥੇ। ਕੰਮ ਥੋੜਾ ਜੀ ਸੀ ਬਸ। ਮਹਾਰਾਜ ਜੀ ਕਹਿਣ ਲੱਗੇ, ਜਪ ਕਰ ਲੈਣਾ, ਤਪ ਕਰ ਲੈਣਾ ਸੌਖਾ ਹੈ, ਪਰ ਉਹਨੂੰ ਸਾਂਭਣਾ ਬਹੁਤ ਔਖਾ ਹੈ। ਬਾਬੇ ਫਰੀਦ ਨੇ 12 ਸਾਲ ਕਰਕੇ ਤੇ ਆ ਕੇ ਕਹਿਤਾ, ਲੈ ਚਿੜੀਆਂ ਮਾਰ ਵੀ ਦਿੱਤੀਆਂ ਤੇ ਮੈਂ ਜਿਉਂਦੀਆਂ ਵੀ ਕਰ ਦਿੱਤੀਆਂ। ਪਰਮਾਤਮਾ ਕਹਿੰਦੇ, ਇਹ ਕਿਤੇ ਕੂੜ ਕਵਾੜ ਘਰੇ ਨਾ ਲੈ ਜੀ, ਇੱਥੇ ਤੇਰਾ ਲਹਾ ਦੀਏ ਫੇਰ ਠੀਕ ਹੈ। ਅੱਗੇ ਦੇਖਿਆ ਇੱਕ ਨੌਜਵਾਨ ਬੱਚੀ ਖੂਹ ਵਿੱਚੋਂ ਪਾਣੀ ਕੱਢੀ ਜਾਂਦੀ ਹੈ, ਡੋਲੀ ਜਾਂਦੀ ਹੈ, ਕੱਢੀ ਜਾਂਦੀ ਹੈ, ਡੋਲੀ ਜਾਂਦੀ ਹੈ। ਬਾਬਾ ਜੀ ਕਹਿੰਦੇ, ਪਿਆ ਪਾਣੀ ਛੇਤੀ ਕਰ। ਉਹ ਕਹਿੰਦੀ, ਖੜ ਜਾ 2 ਮਿੰਟ। ਫੇਰ ਪਾਣੀ ਭਰ ਕੇ ਡੋਲ ਦਿੰਦੀ ਹੈ। ਉਹ ਕਹਿਣ ਲੱਗਿਆ, ਬਾਬੇ ਫਰੀਦ ਨੇ ਆਖਿਆ, ਭਾਈ ਮੈਨੂੰ ਪਾਣੀ ਪਿਆ, ਉਹ ਡੋਲੀ ਜਾਂਦੀ ਹੈ, ਬੇਕਾਰ ਕਰੀ ਜਾਂਦੀ ਹੈ। ਕਹਿੰਦੀ, ਖੜ ਜਾ, ਇੱਥੇ ਨਹੀਂ ਹੈ ਬਈ ਉਹ ਚਿੜੀਆਂ ਪਹਿਲਾਂ ਮਾਰ ਦਿਓ ਫਿਰ ਜਿਉਂਦੀਆਂ ਕਰ ਦਿਓ। ਬਾਬਾ ਫਰੀਦ ਕਹਿੰਦੇ, ਤਾਂ ਅੱਧਾ ਕਿਲੋਮੀਟਰ ਦੀ ਗੱਲ ਹੈ, ਇਹਨੂੰ ਕਿਵੇਂ ਪਤਾ ਲੱਗ ਗਿਆ? ਉਹ ਕਹਿੰਦੀ, ਫਰੀਦਾ ਗੱਲ ਸੁਣ, ਮੈਂ ਪਾਣੀ ਐਵੇਂ ਨਹੀਂ ਡੋਲਦੀ, ਜਾਈ ਨਹੀਂ ਜਾ ਰਿਹਾ ਮੇਰਾ ਪਾਣੀ। ਕਹਿੰਦੇ, ਕਿਉਂ? ਇੱਥੋਂ 12 ਕੋਹ ਤੇ ਮੇਰੀ ਭੈਣ ਦਾ ਘਰ ਆ, ਉਹਨੂੰ ਅੱਗ ਲੱਗੀ ਆ, ਇੱਥੋਂ ਮੈਂ ਬੁਝਾ ਰਹੀ ਹਾਂ। ਬਾਬਾ ਫਰੀਦ ਕਹਿੰਦਾ, 12 ਸਾਲ 24 ਸਾਲ ਦਾ ਚੌਂਕੜਾ ਲਾ ਕੇ ਆ ਗਿਆ ਫਰੀਦਾ। ਓਏ ਇਹ 12 ਕੋਹ ਦੇ ਉੱਤੇ ਆਪਣੀ ਭੈਣ ਦੇ ਘਰ ਲੱਗੇ, ਘਰ ਨੂੰ ਅੱਗ ਬੁਝਾ ਰਹੀ ਹੈ। ਤੇਰੀ ਉਮਰ ਤਾਂ ਜੇ ਛੋਟੀ ਹੈ, ਤੂੰ ਤਾਂ ਬੁੜਾ ਹੋਣ ਵਾਲਾ ਹੋ ਗਿਆ। ਬਸ ਹੰਕਾਰ ਦੂਰ ਹੋ ਗਿਆ। ਕਹਿੰਦਾ, ਲੈ ਮਹਾਰਾਜ ਜੀ ਕਹਿੰਦੇ, ਜਪ ਤਪ, ਜਪ ਕਰ ਲੈਣਾ, ਤਪ ਕਰ ਲੈਣਾ। ਹੁਣ ਬਾਬੇ ਫਰੀਦ ਨੂੰ ਇਹ ਸੀ ਵੀ ਮੈਂ 12 ਸਾਲ ਦਾ ਤਪ ਕਰਕੇ ਆਇਆ। ਤੇ ਉਹ ਨੌਜਵਾਨ ਬੱਚੀ ਨੇ ਕਹਿ ਦਿੱਤਾ, ਕਹਿੰਦੀ, ਫਰੀਦਾ ਇਹ ਜੰਗਲ ਜੰਗਲ ਕਿਆ ਭਵੈ ਬਣਕੰਡਾ ਮੋੜੈ, ਬਸੀ ਰੱਬ ਹਿਆਲੀ ਹੈ ਜੰਗਲ ਕਿਆ ਟੁੰਡੇ। ਕਹਿੰਦੇ, ਉੱਥੇ ਤੂੰ ਰੱਬ ਭਾਲ ਕੇ ਲਿਆ, ਇਹ ਨਹੀਂ ਗੱਲ ਬਣਦੀ। ਜਪ ਜ਼ਰੂਰ ਕੀਤਾ ਹੈ, ਪਰ ਸੱਚੇ ਪਾਤਸ਼ਾਹ ਕਹਿਣ ਲੱਗੇ, ਜਪ ਤਪ ਬਹੁਤ ਕੀਏ ਮੇਰੇ ਭਾਈ, ਤੋ ਮੇਰੇ ਮਨ ਸ਼ਾਂਤ ਨਾ ਆਈ। ਜੀ ਬਹੁਤੇ ਜਪ ਤਪ ਕਰਕੇ ਸ਼ਾਂਤ ਨਾ ਆਈ, ਬਹੁਤੇ ਜਪ ਤਪ ਕਰਕੇ ਸ਼ਾਂਤ ਨਾ ਆਈ, ਬਹੁਤੇ ਜਪ ਤਪ ਕਰਕੇ ਸ਼ਾਂਤ ਨਾ ਆਈ ਹੈ, ਬਹੁਤੇ ਜਪ ਤਪ ਕਰਕੇ ਸ਼ਾਂਤ ਨਾ ਆਈ, ਬਹੁਤੇ ਜਪ ਤਪ ਕਰਕੇ ਸ਼ਾਂਤ ਨਾ ਆਈ ਹੈ, ਬਹੁਤੇ ਜਪ ਤਪ ਕਰਕੇ ਸ਼ਾਂਤ ਨਾ ਆਈ ਹੈ। ਅੱਜ ਕਹਿੰਦੇ ਇਹਨੂੰ ਸ਼ਾਂਤ ਕਰਨ ਵਾਸਤੇ ਫਿਰ ਗੁਰੂ ਘਰ ਵੱਲੀ ਆ ਜਾਓ। ਹੁਣ ਉਹ ਕਹਿੰਦੇ, 2 ਹੀ ਚੀਜ਼ਾਂ ਕਰੋ, ਇੱਕ ਸੇਵਾ ਤੇ ਇੱਕ ਸਿਮਰਨ ਪਰਮਾਤਮਾ ਦਾ। ਜੰਗਲਾਂ 'ਚ ਜਾ ਕੇ ਨਹੀਂ, ਇੱਥੇ ਬੈਠ ਕੇ ਤੁਸੀਂ ਜਿੰਨਾ ਕਿ ਸਿਮਰਨ ਕਰਨਾ ਹੈ, ਆਪਣੇ ਘਰ ਬੈਠ ਕੇ ਕੰਮ ਧੰਦਾ ਕਰਦਿਆਂ ਕੰਮ ਵੀ ਕਰੀ ਚੱਲੋ।
ਤੁਸੀਂ ਹੱਥਾਂ ਨਾਲ ਕੰਮ ਕਰੋ, ਪਰਮਾਤਮਾ ਦਾ ਨਾਮ ਮੁਖ ਨਾਲ ਜਪੋ ਤੇ ਦੇਖੋ ਫਿਰ ਦੁੱਗਣੀ ਗਣਿਤਾ ਉਹ ਪੈਂਦੀ ਹੈ, ਬਰਕਤ ਪੈਂਦੀ ਹੈ। ਮਹਾਰਾਜ ਜੀ ਕਹਿੰਦੇ ਗੁਰ ਸੇਵਾ ਤਪਾਂ ਸਿਰ ਤਪ ਸਾਰ ਹੈ। ਸਭ ਤੋਂ ਵੱਡੀ ਸੇਵਾ ਕਹਿੰਦੇ ਜੇ ਤਪ ਕਰਨਾ ਨਾ, ਉਹ ਗੁਰੂ ਦੇ ਘਰ ਦੀ ਸੇਵਾ ਕਰ ਲੋ। ਤੇ ਸੇਵਾ ਕਿਹਨੇ ਕੀਤੀ, ਆਓ ਮੈਂ ਕੋਈ ਧਾਰਨਾ ਪੜ੍ਹ ਕੇ ਸਮਾਪਤੀ ਕਰਾਂ, ਕਿਉਂਕਿ ਸੰਗਰਾਂਦ ਦਾ ਦਿਹਾੜਾ ਨੇੜੇ ਆ ਰਿਹਾ। ਅੱਜ 11 ਤਰੀਕ ਹੋ ਗਈ, 17 ਤਰੀਕ ਦੀ ਸੰਗਰਾਂਦ, 16 ਦੀ ਮੱਸਿਆ ਤੇ 17 ਦੀ ਸੰਗਰਾਂਦ ਹੈ। ਕੱਤਕ ਜਿਹੜੀ ਉਹ ਸੰਗਰਾਂਦ ਕੱਤੇ ਦੀ ਕਹਿ ਦਿੰਦੇ ਨੇ ਗੁਰੂ ਗ੍ਰੰਥ ਸਾਹਿਬ ਮੱਝ, ਕੱਤਕ ਕਰਮ ਕਮਾਵਣੇ ਦੋਸ ਨ ਕਾਹੂ ਜੋਗ। ਆਓ ਮੈਂ ਅਰਜ਼ ਕਰਦਾ, ਸੇਵਾ ਵੀ ਗੁਰੂ ਘਰ ਦੀ ਬੜੀ, ਜੇ ਉਹ ਕਰ ਲੇ ਫਿਰ ਵੀ ਮਨੁੱਖ ਦਾ ਭਲਾ ਹੋ ਜਾਂਦਾ। ਹੁਣ ਤੁਸੀਂ ਕਹੋਗੇ ਉਹ ਕਿਹਨੇ ਕਰੀ, ਸੇਠ ਟੋਡਰ ਮੱਲ ਕਾਕੜੇ ਦੇ ਰਹਿਣ ਵਾਲਾ। ਪਤਾ ਲੱਗ ਗਿਆ ਸਾਹਿਬਜ਼ਾਦੇ ਸ਼ਹੀਦ ਹੋ ਗਏ, ਉਹਨਾਂ ਦੇ ਪਵਿੱਤਰ ਸਰੀਰ ਦੋ ਮਾਤਾ ਗੁਜਰੀ ਦਾ ਤੇ ਦੋਨੋਂ ਸਾਹਿਬਜ਼ਾਦਿਆਂ ਦੇ ਪਏ ਨੇ ਜਿੱਥੇ ਅੱਜ ਗੁਰਦੁਆਰਾ ਭਵਾਨਗੜ੍ਹ ਬਣਿਆ ਹੋਇਆ। ਸੇਠ ਟੋਡਰ ਮੱਲ ਦਾ ਜਿਹੜਾ ਹਾਲ ਬਣਿਆ, ਉਹਦੇ ਪਿਛਲੇ ਪਾਸੇ ਗੁਰਦੁਆਰਾ ਭਵਾਨਗੜ੍ਹ ਹੈ, ਉੱਥੇ ਪਏ ਨੇ। ਸੇਠ ਟੋਡਰ ਮੱਲ ਬੜਾ ਧਨਾੜ ਬੰਦਾ ਸੀ, ਉਹ ਫਟਾਫਟ ਪਹੁੰਚਿਆ ਸਰਹੰਦ, ਜਾ ਕੇ ਅਰਜ਼ ਕਰੀ। ਕਾਕੜਾ ਪਿੰਡ ਭਾਨੀਗੜ੍ਹ ਦੇ ਨੇੜੇ ਪੈ ਜਾਂਦਾ, ਇੱਥੋਂ ਪਹੁੰਚਿਆ, ਜਾ ਕੇ ਅਰਜ਼ ਕਰੀਏ ਸੰਸਕਾਰ ਕਰਨ ਵਾਸਤੇ ਮੈਨੂੰ ਸੇਵਾ ਦੇ ਦਿਓ। ਚਲੋ ਇਤਿਹਾਸ ਵੱਡਾ, ਮੈਂ ਟੂਕ ਮਾਤਰਾ ਜੀ ਨਾਲ ਸਾਂਝਾ ਕਰਾਂ। ਕਹਿੰਦੇ ਕਰ ਲਈ, ਪਰ ਜਿਹੜੀ ਜਗ੍ਹਾ ਲੈਣੀ ਹੈ ਨਾ ਉੱਥੇ ਮੋਹਰਾਂ ਵਿਛਾ ਦੇ, ਮੋਹਰਾਂ। ਸੇਠ ਟੋਡਰ ਮੱਲ ਕਹਿਣ ਲੱਗਾ ਇਹ ਕਿਹੜੀ ਗੱਲ ਹੈ। ਉਹ ਆਇਆ ਪਿੰਡ, ਘਰ-ਬਾਰ ਵੇਚਿਆ, ਆਪਦਾ ਧਨ ਪਦਾਰਥ ਹੈਗਾ ਸੀ, ਲੈ ਕੇ ਸਭ ਕੁਝ ਉੱਥੇ ਪਹੁੰਚ ਗਿਆ। ਉਹਨਾਂ ਦਾ ਮਨ ਬੇਈਮਾਨ ਹੋ ਗਿਆ। ਕਹਿੰਦੇ ਮੋਹਰਾਂ ਇਸ ਤਰ੍ਹਾਂ ਧਰਤੀ ਦੇ ਪਈਆਂ ਨਹੀਂ, ਖੜਵੀਆਂ ਮੋਹਰਾਂ ਚਾਹੀਦੀਆਂ ਨੇ। ਤੇ ਉਹਨੇ ਫਿਰ ਹੀਲਾ ਕਰਿਆ, ਚਲੋ ਆਲੇ ਦਾਲੇ ਹੋਰ ਵੀ ਮੰਗੀਆਂ। ਦੋ ਉਹਦੇ ਬੱਚੇ ਸੀ ਛੋਟੇ ਛੋਟੇ, ਸੇਠ ਟੋਡਰ ਮੱਲ ਦੇ। ਜਿਵੇਂ ਆਪਾਂ ਬੱਚਿਆਂ ਨੂੰ ਦੇ ਦਿੰਦੇ ਨਾ ਪੈਸੇ, ਅੱਜ ਵਾਲੇ ਬੱਚਿਆਂ ਨੂੰ ਦਿਓ ਤਾਂ ਭੱਜ ਕੇ ਦੁਕਾਨ ਤੇ ਜਾਂਦੇ ਨੇ, ਨਾਲ ਦੀ ਨਾਲ ਉਹ ਲਿਆ ਕੇ ਖਾ ਕੇ ਕੁਰਕਰੇ ਜੇ, ਖਾਲੀ ਜਿਹਾ ਲਿਫਾਫਾ ਹੁੰਦਾ, ਹਵਾ ਜੀ ਭਰੀ ਹੁੰਦੀ ਹੈ। ਪਰ ਪੁਰਾਣੇ ਸਮੇਂ ਵਿੱਚ ਜਿਹੜੇ ਬੱਚੇ ਸੀ ਨਾ, ਉਹਨਾਂ ਨੂੰ ਜੇ ਦਿੰਦੇ ਕੋਈ ਰੁਪਈਆ 2 ਰੁਪਏ, ਉਹ ਨਾ ਮਿੱਟੀ ਦੇ ਗੱਲੇ ਜੇ ਲੱਗੇ ਉਹਨਾਂ 'ਚ ਪਾ ਦਿੰਦੇ। ਕਿਤੇ ਇੱਕ ਮੋਹਰ ਦੇਤੀ ਸੇਠ ਟੋਡਰ ਮੱਲ ਨੇ, ਕਿਤੇ 2 ਦੇਤੀ, ਉਹ ਗੱਲਿਆਂ 'ਚ ਪਾਈ ਗਏ। ਉਹਨਾਂ ਨੇ ਕਿਹਾ ਅੱਬਾ ਜਾਨ ਸਾਡੇ ਕੋਲ ਵੀ ਪੈਸੇ ਹੈ, ਲਿਆਓ। ਉਹ ਗੱਲੇ 'ਚ ਭੰਨ ਕੇ ਉਹਨਾਂ 'ਚੋਂ ਵੀ ਮਾਇਆ ਕੱਢ ਲਈ। ਚਲੋ ਸੇਠ ਟੋਡਰ ਮੱਲ ਨੇ ਫਿਰ ਜਦੋਂ ਜਾ ਕੇ ਵਿਛਾਈਆਂ, ਮੋਹਰਾਂ ਖੜੀਆਂ ਕਰੀਆਂ, ਫਿਰ ਵੀ ਘਟ ਗਈਆਂ। ਫਿਰ ਉਹਨੇ ਪਤਾ ਕੀ ਕਰਿਆ ਸੀ, ਸੇਠ ਸੀ ਬੜਾ ਤਕੜਾ, ਧਨਾੜ, ਅਮੀਰ ਬੰਦਾ ਸੀ। ਉਹਨੇ ਲਾ ਕੇ ਕੱਪੜੇ ਤੇ ਫਿਰ ਇੱਕ ਗਰੀਬਾਂ ਜਿਹੇ ਵਾਲੇ ਪਾਟੇ ਜਿਹੇ ਕੱਪੜੇ ਪਾ ਲਏ, ਸਰਹੰਦ ਦੀ ਧਰਤੀ ਦੇ ਵਿੱਚ। ਫਿਰ ਉਹ ਹਰ ਇੱਕ ਦੇ ਬਾਰ ਦੇ ਵਿੱਚ ਇਸ ਤਰ੍ਹਾਂ ਨਾ ਐ ਝੋਲੀ ਅੱਡ ਕੇ ਖੜ ਜਾਂਦਾ ਹੈ। ਕਹਿੰਦੇ ਭਾਈ ਮੈਨੂੰ ਕੋਈ 1 ਮੋਹਰ ਜਾਂ 2। ਕਹਿੰਦੇ ਏਡਾ ਵੱਡਾ ਅਮੀਰ ਸੇਠ, ਤੈਨੂੰ ਕੀ ਲੋੜ ਪੈ ਗਈ। ਕਹਿੰਦਾ ਮੈਂ ਗੁਰੂ ਜੀ ਦੇ ਸਾਹਿਬਜ਼ਾਦਿਆਂ ਦਾ ਸੰਸਕਾਰ ਕਰਨਾ, ਉਹ ਜਗ੍ਹਾ ਮੁੱਲ ਲੈਣੀ ਹੈ। ਉਹ ਜਗ੍ਹਾ ਮੁੱਲ ਲੈਣ ਵਾਸਤੇ ਮੈਂ ਆਪਣੇ ਵਾਸਤੇ ਨਹੀਂ ਮੰਗਦਾ, ਆਪਣੇ ਬੱਚਿਆਂ ਵਾਸਤੇ ਨਹੀਂ ਮੰਗਦਾ, ਮੈਂ ਤਾਂ ਗੁਰੂ ਦੇ ਸਾਹਿਬਜ਼ਾਦਿਆਂ ਦਾ ਅੰਤਮ ਸੰਸਕਾਰ ਕਰਨਾ, ਉਹਦੇ ਵਾਸਤੇ ਕਿਰਪਾ ਕਰੋ, ਮੈਨੂੰ ਕੁਝ ਮੋਹਰਾਂ ਦੇ ਦਿਓ। ਕੀ ਕਹਿੰਦਾ ਫਿਰਦਾ, ਇਹ ਧਾਰਨਾ ਦੇ ਵਿੱਚ ਆਪ ਸਾਰੇ ਸਰਵਣ ਕਰਿਓ, ਫਿਰ ਸਮਾਪਤੀ ਹੈ। ਸੇਠ ਇੱਕ ਵੱਡਾ ਅਮੀਰ, ਮੈਂ ਅਰਜ਼ ਕਰਦਾ ਠੀਕ ਹੈ, ਆਪਣੇ ਵਾਸਤੇ ਨਹੀਂ, ਅਸੀਂ ਵੀ ਅਰਜ਼ ਕਰਦੇ ਹਾਂ, ਤੁਸੀਂ ਵੀ ਚਲੋ ਮਿਹਨਤ ਕਰਦੇ ਹੋ ਸਾਰੇ। ਭਾਈ ਗੋਬਿੰਦ ਸਿੰਘ ਜੀ ਹੋਇਆ, ਭਾਈ ਦਾਰਾ ਸਿੰਘ, ਸਤਿਕਾਰਯੋਗ ਮੇਰੇ ਚਾਚਾ ਜੀ ਭਾਈ ਇੰਦਰ ਸਿੰਘ, ਸਾਰੇ ਗੁਰੂ ਘਰ ਵਾਸਤੇ ਮਿਹਨਤ ਕਰਦੇ ਹਨ ਵੀ ਸੰਗਰਾਂਦ ਨੇੜੇ ਆਉਂਦੀ ਆ, ਆਪਾਂ ਲੰਗਰ ਦਾ ਕੋਈ ਨਾ ਕੋਈ ਹੀਲਾ ਕਰੀਏ, ਪ੍ਰਸ਼ਾਦਾ ਬਣਾਉਣਾ। ਹੁਣ 2-4 ਬਾਤੇ ਤਾਂ ਸਾਡੇ ਕੋਲ ਡਾਲੀ ਆਈ ਜਾਂਦੀ ਹੈ ਵੀ ਚਲੋ 5-4 ਬੰਦਿਆਂ ਨੂੰ ਜੇ ਰੋਟੀ ਖਵਾਉਣੀ ਇੰਨਾ ਕੁ ਤਾਂ ਅਸੀਂ ਕਰ ਲਾਂਗੇ। ਪਰ ਸੰਗਰਾਂਦ ਨੂੰ ਫਿਰ ਆਪਾਂ ਨੂੰ ਇਹ ਹੁੰਦਾ ਵੀ ਸੰਗਤ ਬਾਹਰੋਂ ਆਵੇ, ਆਪਾਂ ਉਹਨਾਂ ਨੂੰ ਲੰਗਰ ਪਾਣੀ ਛਕਾਈਏ ਸਾਰਿਆਂ ਨੂੰ। ਜਦੋਂ ਸੰਗਤ ਨੇ ਲੰਗਰ ਛਕ ਲਿਆ, ਪਤਾ ਨਹੀਂ ਕਿਹਦੀ ਜਿਹੜੀ ਹੈ ਉਹ ਅਸੀਸ ਸਾਨੂੰ ਲੱਗ ਜਾਵੇਗੀ, ਅਸੀਸ। ਇਸ ਕਰਕੇ ਇਹ ਤਾਂ ਕਰਕੇ ਅਰਜ਼ ਕਰਨੀ ਪੈਂਦੀ ਹੈ ਭਾਈ, ਕਿਸੇ ਨਾ ਕਿਸੇ ਦੇ ਮਨ ਦੇ ਵਿੱਚ ਆਹ ਸੁਣ ਕੇ ਮਨ ਵਿੱਚ ਬਹਿ ਜਾਵੇ ਵੀ ਸਾਡੀ ਕੌਮ ਦੇ ਵਿੱਚ ਏਡੇ ਵੀ ਜਿਹੜੇ ਮਹਾਨ ਸਿੱਖ ਹੋਏ ਨੇ, ਜਿਨ੍ਹਾਂ ਨੇ ਮੋਹਰਾਂ ਮੰਗ ਕੇ। ਆਪਾਂ ਤਾਂ ਦਾਲ ਸਬਜ਼ੀ ਬਾਤ ਹੀ ਕਹਿੰਦੇ ਭਾਈ ਚਲੋ ਇੰਨਾ ਕੋਈ ਪ੍ਰਬੰਧ ਕਰ ਲਿਓ, ਤੁਸੀਂ ਆਹ ਸੇਵਾ ਕਰ ਦਿਓ, ਤੁਸੀਂ ਆਹ ਸੇਵਾ ਕਰ ਦਿਓ। ਤੇ ਸਾਡੀ ਕੌਮ ਵਿੱਚ ਇਹੋ ਜਿਹੇ ਵੀ ਹੋਏ ਨੇ ਜਿਨ੍ਹਾਂ ਨੇ ਸੋਨੇ ਦੀਆਂ ਮੋਹਰਾਂ ਮੰਗ ਕੇ ਅੰਤਮ ਸੰਸਕਾਰ ਕਰਨ ਵਾਸਤੇ ਆਪਣਾ ਘਰ ਘਾਟ ਵੇਚ ਦਿੱਤਾ। ਤੇ ਸੇਠ ਟੋਡਰ ਮੱਲ ਉਹਦੇ ਗਲ ਦੇ ਵਿੱਚ ਪਰਨਾ ਪਾਇਆ ਹੋਇਆ ਹੈ ਤੇ ਫਕੀਰਾਂ ਜਿਹੇ ਵਾਲੇ ਕੱਪੜੇ ਨੇ, ਨੰਗੇ ਚਰਨ ਨੇ। ਉਹ ਮੈਂ ਗੁਰੂ ਦੇ ਘਰ ਵਾਸਤੇ ਸੇਵਾ ਕਰਨੀ ਹੈ, ਚਰਨ ਵੀ ਨੰਗੇ ਨੇ ਤੇ ਘਰ ਘਰ ਫਿਰਦਾ ਹੈ। ਹਰ ਇੱਕ ਘਰ ਘਰ ਦੇ ਵਿੱਚ ਜਾ ਕੇ ਕਹਿੰਦਾ ਕੋਈ ਮੋਹਰਾਂ ਦੇ ਦੋ ਜੀ,
ਸੇਠ ਟੋਡਰਮਲ ਨੂੰ ਬਾਰ-ਬਾਰ ਪੁੱਛਦੇ ਨੇ ਕੀ ਕਰੇਗਾ? ਕਹਿੰਦੇ ਆਜੋ ਮੇਰੇ ਨਾਲ ਹੀ ਤੁਰ ਪਓ, ਤੁਹਾਨੂੰ ਪਤਾ ਲੱਗ ਜਾਊਗਾ। ਜੀ ਟੋਡਰਮਲ ਮੰਗਤਾ ਬਣ ਆਇਆ, ਕੋਈ ਮੋਰਾਂ ਦੇ ਦੋ ਜੀ, ਟੋਡਰਮਲ ਮੰਗਤਾ ਬਣ ਆਇਆ। ਮੋਰਾਂ ਦੇ ਦੋ ਜੀ, ਟੋਡਰਮਲ ਮੰਗਤਾ ਬਣ ਆਇਆ। ਕੋਈ ਮੋਰਾਂ ਦੇ ਦੋ ਜੀ, ਟੋਡਰਮਲ ਮੰਗਤਾ ਬਣ ਆਇਆ। ਕੋਈ ਮੋਰਾਂ ਦੇ ਦੋ ਜੀ, ਟੋਡਰਮਲ ਮੰਗਤਾ ਬਣ ਆਇਆ। ਕੋਈ ਮੋਰਾਂ ਦੇ ਦੋ ਜੀ, ਟੋਡਰਮਲ ਮੰਗਤਾ ਬਣ ਆਇਆ। ਕੋਈ ਮੋਰਾਂ ਦੇ ਦੋ ਜੀ, ਟੋਡਰਮਲ ਮੰਗਤਾ ਬਣ ਆਇਆ। ਕੋਈ ਮੋਰਾਂ ਦੇ ਦੋ ਜੀ, ਟੋਡਰਮਲ ਮੰਗਤਾ ਬਣ ਆਇਆ। ਮੋਰਾਂ ਦੇ ਦੋ ਜੀ, ਟੋਡਰਮਲ ਮੰਗਤਾ ਬਣ ਆਇਆ। ਮੋਰਾਂ ਦੇ ਦੋ ਜੀ, ਟੋਡਰਮਲ ਮੰਗਤਾ ਬਣ ਆਇਆ। ਕੋਈ ਮੋਰਾਂ ਦੇ ਦੋ ਜੀ, ਟੋਡਰਮਲ ਮੰਗਤਾ ਬਣ ਆਇਆ। ਕੋਈ ਮੋਰਾਂ ਦੇ ਦੋ ਜੀ, ਟੋਡਰਮਲ ਮੰਗਤਾ ਬਣ ਆਇਆ। ਅਰਜ ਕਰਦਾ ਵਾਰ-ਵਾਰ, ਬਸ ਕਿਰਪਾ ਕਰੋ। ਮੈਂ ਗੁਰੂ ਦੇ ਸਾਹਿਬਜ਼ਾਦਿਆਂ ਵਾਸਤੇ ਮੋਹਰਾਂ ਮੰਗਦਾ, ਤੇ ਕਿਸੇ ਨੇ 2 ਮੋਹਰਾਂ, ਕਿਸੇ ਨੇ 5 ਮੋਹਰਾਂ, ਕਿਸੇ ਨੇ ਕਿੰਨੀਆਂ, ਫਿਰ ਜਾ ਕੇ ਉਹ ਮੋਹਰਾਂ ਪੂਰੀਆਂ ਹੋਈਆਂ, ਅੰਤਮ ਸੰਸਕਾਰ ਕਰਿਆ। ਦੇਖੋ ਇਹੋ ਜਿਹੀ ਵੀ ਸਾਡੀ ਕੌਮ ਦੇ ਵਿੱਚ। ਤੇ ਜੇ ਸਭ ਤੋਂ ਮਹਿੰਗੀ ਧਰਤੀ, ਜਦੋਂ ਵਰਲਡ ਦੇ ਵਿੱਚ ਸਾਰੇ ਵਿਦਵਾਨਾਂ ਨੇ ਜ਼ਿਕਰ ਕਰਿਆ ਵੀ ਸਭ ਤੋਂ ਮਹਿੰਗੀ ਧਰਤੀ ਕਰੀ ਹੈ, ਕਹਿੰਦੇ ਉਹ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਗੁਰਦੁਆਰਾ ਜੋਤੀ ਸਰੂਪ ਸਾਹਿਬ, ਇਹ ਵਰਲਡ ਦੀ ਸਭ ਤੋਂ ਮਹਿੰਗੀ ਧਰਤੀ ਹੈ। ਨਾ ਇੰਨੀ ਧਰਤੀ ਮਹਿੰਗੀ ਕਿਸੇ ਨੇ ਖਰੀਦੀ ਹੈ, ਤੇ ਨਾ ਇੰਨੀ ਧਰਤੀ ਮਹਿੰਗੀ ਕਿਸੇ ਨੇ ਵੇਚੀ ਹੈ। ਇਸ ਕਰਕੇ ਅਸੀਂ ਉਸ ਧਰਤੀ ਦੇ ਵਾਰਸ ਹਾਂ। ਗੁਰੂ ਕੇ ਸਾਹਿਬਜ਼ਾਦਿਆਂ ਜਿੱਥੇ ਸੰਸਕਾਰ ਕਰੇ, ਅਸੀਂ ਉਹਦੇ ਵਾਰਸ ਹਾਂ, ਕਹਾਉਂਦੇ ਹਾਂ ਅਸੀਂ ਸਾਹਿਬਜ਼ਾਦਿਆਂ ਦੇ। ਪਰ ਸਤਿਗੁਰੂ ਜੀ ਕਿਰਪਾ ਕਰਨ ਭਾਈ, ਜ਼ਰੂਰ ਸੰਗਰਾਂਦ ਦੇ ਲੰਗਰ ਵਾਸਤੇ, ਕਿਉਂਕਿ ਉਹਨਾਂ ਨੂੰ ਹੁਣ ਆਪਾਂ, ਤੁਹਾਨੂੰ ਪਤਾ ਹੀ ਉਹਨਾਂ ਦੇ ਵਿਚਾਰਿਆਂ ਦੀ ਬਿਪਤਾ ਪਈ ਹੈ। ਭਾਈ ਮਹਿੰਦਰ ਸਿੰਘ ਜੀ, ਦੂਸਰੀ ਵਾਰ ਵਿਚਾਰੀ ਗੁੜੀਆ ਵਿਆਹੀ ਸੀ। ਚਲੋ ਇਹ ਪਰਮਾਤਮਾ ਦਾ ਕੋਈ ਪਾਣਾ ਹੀ ਹੈ। ਨਹੀਂ ਵਿਚਾਰੇ ਵਧੀਆ ਵੱਧ ਚੜ ਕੇ ਉਹ ਜਿਹੜਾ ਉਹ ਸੇਵਾ ਦੇ ਵਿੱਚ ਯੋਗਦਾਨ ਪਾਉਂਦੇ ਨੇ। ਮਹਾਰਾਜ ਕਿਰਪਾ ਕਰੇ, ਸਭ ਨੂੰ ਤੰਦਰੁਸਤੀ ਦਾ ਦਾਤਾ ਬਖਸ਼ੇ।